बंदन सिमरो अंगद दोख निकंदन अमरदास गुर हृदय त्यामो जी हृदय त्यामो। श्री गुरु रामदास गुण गावो। श्री अर्जन बिघ्नन के नासक बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो निज बेरी पर चार। एह बेरी होए भव सफल बिन बेरी कर पार। एक ओंकार सतगुरु तेह प्रसाद सच होए। वाहिगुरु जी की फतेह। बिघ्न विनाशन सोए। हाँ जी। सतनाम श्री वाहिगुरु साहिब जी कबित। आए गए रामदासपुर में उत्तर बरे सदन। गुरु जी को देखे बंदना को धार कर। कोमल कमल कुमलायो सो बदन हेर। पूछी सुत कामना को पाई चिंत टार कर। कैसे तू बिमन नहीं आनंद समेत मन। वार्ता को पन जिम आई तहाँ कार कर। लोचन में बार पर ऊंचे बड़ श्वास पर। वार्ता बताई मुख बाक को उचार कर। आए गए रामदासपुर में उत्तर बरे सदन। गुरु जी देखे बंदना को धार कर। सच्चे पातशाह गरीब नवाज दीन दुनिया दे मालक चवर छतर तखत दे मालक समरथ गुरु परतख गुरु
ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਸਦਾ ਹੀ ਮਿਹਰਬਾਨ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਐਨ ਆਪਣੇ ਮਨਾਂ ਨੂੰ ਟਿਕਾਓ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਆਪਾਂ ਤੇ ਕਿਰਪਾ ਕੀਤੀ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਮਾਂ ਬਖਸ਼ਿਸ਼ ਕੀਤਾ ਆਪਣੀ ਹਜ਼ੂਰੀ ਵਿੱਚ ਬੈਠਣ ਦਾ। ਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਹੈ, ਬੇਅੰਤ ਵਾਰ ਸ਼ੁਕਰ ਹੈ। ਲੜੀਵਾਰ ਕਥਾ ਗੁਰੂ ਘਰ ਦਾ ਮਹਾਨ ਪਵਿੱਤਰ ਸੋਝੀ ਦੇਣ ਵਾਲਾ ਇਤਿਹਾਸ ਗੁਰੂ ਜੀ ਦੀ ਕਥਾ ਆਪ ਜੀ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਆਓ ਸਾਰੀਆਂ ਸੰਗਤਾਂ ਆਪਣੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਈਏ, ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦੇ ਦੇ ਬੋਲੇ ਹੋਏ ਜਿਹੜੇ ਬੋਲ ਨੇ ਨਾ, ਉਹ ਜ਼ਰੂਰ ਹਿਰਦੇ ਤੇ ਅਸਰ ਕਰ ਜਾਂਦੇ ਆ ਜੀ। ਬੀਬੀ ਕਰਮੋਂ ਦੇ, ਬਾਬੇ ਪ੍ਰਿਥੀਏ ਦੇ, ਇਹਨਾਂ ਦੇ ਬੋਲ ਜਦੋਂ ਮਾਤਾ ਗੰਗਾ ਜੀ ਨੇ ਸੁਣੇ, ਮਾਤਾ ਗੰਗਾ ਜੀ ਦੇ ਮਨ ਤੇ ਉਹਨਾਂ ਦੇ ਬੋਲ ਅਸਰ ਕਰ ਗਏ ਜੀ। ਤੁਸੀਂ ਕਥਾ ਕੱਲ ਸੁਣੀ ਸੀ ਸਾਰੀ। ਜੋ ਬਾਬਾ ਪ੍ਰਿਥੀਆ ਜੀ ਨੇ ਈਰਖਾ ਵਿੱਚ ਆ ਕੇ ਗੱਲਾਂ ਕੀਤੀਆਂ, ਸੰਗਤ ਦੀ ਉਹ ਗੱਲਾਂ ਬੋਲਣ ਨੂੰ ਜੀ ਨਹੀਂ ਕਰਦਾ ਜੀ। ਬਹੁਤ ਜ਼ਿਆਦਾ ਬੁਰੇ ਬੋਲ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਾਰੇ ਬੋਲੇ, ਕਿਉਂਕਿ ਜਿਹੜਾ ਸਿੱਖ ਹੈ ਨਾ ਜੀ, ਇਹਦੀ ਜ਼ੁਬਾਨ ਤੋਂ ਗੁਰੂ ਦੀ ਸਿਫਤ ਹੋਣੀ ਚਾਹੀਦੀ ਹੈ ਜੀ। ਬਹੁਤ ਬੁਰੇ ਬੋਲ ਬੋਲੇ ਜੀ। ਇਹ ਵੀ ਕਿਹਾ ਵੀ ਇਹਨਾਂ ਦੇ ਘਰ ਪੁੱਤ ਪੈਦਾ ਹੀ ਨਹੀਂ ਹੋਣਾ, ਸਭ ਕੁਝ ਸਾਡਾ ਹੀ ਹੈ ਜੀ। ਮਾਤਾ ਗੰਗਾ ਜੀ ਬੜੇ ਬੈਰਾਗ ਚ ਆਏ ਜੀ, ਬੜੇ ਬੈਰਾਗ ਚ ਆਏ। ਸ੍ਰੀ ਗੁਰੂ ਅਰਜਨ ਸਾਹਿਬ ਸ਼ਾਮਾਂ ਨੂੰ ਜਦੋਂ ਘਰ ਪਹੁੰਚੇ, ਮਾਤਾ ਗੰਗਾ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੀਆਂ ਬੇਨਤੀਆਂ ਸੁਣਦੇ ਹੋ, ਮੇਰੀ ਵੀ ਬੇਨਤੀ ਸੁਣ ਲਓ। ਸੰਗਤ ਜੀ ਇੰਨਾ ਸਮਾਂ ਨਹੀਂ ਸੀ ਹੁੰਦਾ ਮਹਾਰਾਜ ਕੋ ਪਰਿਵਾਰ ਦੇ ਕੋਲ ਬੈਠ ਕੇ ਉਹਨਾਂ ਦੀ ਗੱਲਬਾਤ ਸੁਣਨ ਦਾ ਜੀ। ਕਾਰਨ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਆ ਕੇ ਮਿਲਦੀਆਂ ਨੇ ਜੀ। ਵੱਡੇ ਪੁਰਸ਼ਾਂ ਦਾ, ਕਿਸੇ ਮਹਾਂਪੁਰਖ ਦੇ ਘਰ ਵਾਲੀ ਬਣ ਜਾਣਾ, ਪਤਨੀ ਬਣ ਜਾਣਾ, ਜਿੱਥੇ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ ਨਾ ਜੀ, ਉੱਥੇ ਇਹ ਵੀ ਗੱਲ ਹੈਗੀ ਹੈ ਵੀ ਮਹਾਂਪੁਰਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਬਹੁਤਾ ਸਮਾਂ ਪਰਿਵਾਰ ਨੂੰ ਨਹੀਂ ਦਿੱਤਾ ਜਾਂਦਾ ਜੀ। ਮਾਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਮੈਂ ਇਹੋ ਜਿਹੇ ਬੋਲ ਬਾਬੇ ਪ੍ਰਿਥੀਏ ਦੇ ਸੁਣੇ, ਦਾਸੀ ਨੇ ਮੈਨੂੰ ਦੱਸਿਆ, ਮੇਰੇ ਮਨ ਤੇ ਉਹਨਾਂ ਬੋਲਾਂ ਦਾ ਬਹੁਤ ਬੁਰਾ ਅਸਰ ਹੋਇਆ। ਮਹਾਰਾਜ ਕਿਰਪਾ ਕਰੋ ਮੇਰੇ ਘਰ ਵੀ ਸੋਹਣਾ ਬਲਵਾਨ ਪੁੱਤਰ ਪੈਦਾ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਗੰਗਾ ਜੀ ਨੂੰ, ਮਾਤਾ ਜੀ ਨੂੰ, ਗੰਗਾ ਜੀ ਜੇ ਕੋਈ ਦਾਤ ਲੈਣੀ ਹੈ ਨਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ। ਚੇਤਾ ਰੱਖੋ, ਗੁਰੂ ਘਰ ਵਿੱਚ ਜਿੱਥੇ ਗੁਰੂ ਸਾਹਿਬ ਸਾਰਾ ਕੁਝ ਗੁਰੂ ਸਾਹਿਬ ਜੀ ਦਾ, ਗੁਰੂ ਸਾਹਿਬ ਮਾਲਕ ਨੇ, ਉੱਥੇ ਗੁਰੂ ਜੀ ਦੇ ਸਿੱਖਾਂ ਦੇ ਹੱਥ ਵਿੱਚ ਵੀ ਬਹੁਤ ਕੁਝ ਹੈਗਾ ਹੈ ਜੀ, ਬਹੁਤ ਕੁਝ ਹੈਗਾ। ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬੜੀਆਂ ਹੀ ਵਡਿਆਈਆਂ ਬਖਸ਼ਿਸ਼ ਕੀਤੀਆਂ, ਬੜੀਆਂ ਮਿਹਰਾਂ ਕੀਤੀਆਂ ਆਪਣੇ ਸਿੱਖਾਂ ਤੇ ਜੀ। ਜਦੋਂ ਇਹ ਗੱਲ ਮਾਤਾ ਜੀ ਨੇ ਸੁਣੀ, ਮਹਾਰਾਜ ਨੇ ਕਿਹਾ ਮਾਤਾ ਜੀ ਨੂੰ, ਗੰਗਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਖੁਸ਼ ਕਰ ਦਿਓ, ਬਾਬਾ ਜੀ ਨੂੰ ਪ੍ਰਸ਼ਾਦਾ ਪ੍ਰੇਮ ਨਾਲ ਛਕਾਓ, ਬਾਬਾ ਜੀ ਖੁਸ਼ ਹੋ ਕੇ ਬਚਨ ਕਰਨਗੇ। ਮਾਤਾ ਜੀ ਬੜੇ ਚਾਈ ਚਾਈ ਪਤਾ ਨਹੀਂ ਕਿੰਨੀਆਂ ਸੰਗਤਾਂ ਨਾਲ ਲੈ ਕੇ ਤੁਰੇ। ਰੱਥ ਜਿਹੜੇ ਆ ਉਹ ਤਿਆਰ ਹੋਏ, ਖੀਰ, ਪੂੜੀਆਂ, ਕੜਾਹ, ਛੋਲੇ, ਬੜਾ ਕੁਝ ਮਾਤਾ ਜੀ ਨੇ ਬਣਵਾਇਆ
ਤੇ ਮਾਤਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਬੀੜ ਸਾਹਿਬ ਨੂੰ ਤੁਰ ਪਏ ਜੀ। ਜਦੋਂ ਮਾਤਾ ਜੀ ਬੀੜ ਸਾਹਿਬ ਪਹੁੰਚੇ ਆ, ਕੱਲ ਤੁਸੀਂ ਇਤਿਹਾਸ ਸੁਣਿਆ ਹੈ, ਬਾਬਾ ਬੁੱਢਾ ਸਾਹਿਬ ਜੀ ਦੇ ਲਾਗੇ ਲਾਗੇ ਜਾਨਵਰ ਬੈਠੇ ਹੋਏ ਸੀਗੇ ਜੀ। ਬਾਬਾ ਜੀ ਭਜਨ ਕਰ ਰਹੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਨਾਮ ਸਾਡੇ ਕੋਲੋਂ ਜਪ ਨਹੀਂ ਹੁੰਦਾ ਜੀ, ਪਰ ਨਾਮ ਦੀ ਸ਼ਾਂਤੀ ਬੜੀ ਹੈ ਜੀ। ਨਾਮ ਦਾ ਟਿਕਾਓ ਬਹੁਤ ਹੈ, ਨਾਮ ਦਾ ਪ੍ਰਤਾਪ ਬਹੁਤ ਹੈ। ਨਾਮ ਜਿੱਥੇ ਬੰਦਿਆਂ ਨੂੰ ਸ਼ਾਂਤੀ ਦਿੰਦਾ ਹੈ ਨਾ ਜੀ, ਉੱਥੇ ਪਸ਼ੂ ਪੰਛੀਆਂ ਨੂੰ ਵੀ ਸ਼ਾਂਤੀ ਦਿੰਦਾ ਹੈ ਜੀ। ਜਦੋਂ ਬਾਬਾ ਜੀ ਭਜਨ ਕਰਨ ਬੈਠਦੇ, ਬਾਬਾ ਜੀ ਦੇ ਸਰੀਰ ਵਿੱਚੋਂ ਤਰੰਗਾਂ ਇਹੋ ਜਿਹੀਆਂ ਨਿਕਲਦੀਆਂ, ਪੰਛੀ ਵੀ ਬਾਬਾ ਜੀ ਦੇ ਆਲੇ ਦੁਆਲੇ ਬਹਿ ਜਾਂਦੇ ਜੀ। ਜਾਨਵਰਾਂ ਨੂੰ ਬੈਠ ਕੇ ਸ਼ਾਂਤੀ ਮਿਲਦੀ ਜੀ। ਸੱਪ ਜਿਹੜੇ ਆ ਨਾ ਜੀ, ਉਹ ਵੀ ਬਾਬਾ ਜੀ ਦੇ ਲਾਗੇ ਆ ਕੇ ਬੈਠਦੇ। ਜਿਹੜਾ ਸੱਪ ਜ਼ਹਿਰ ਦਾ ਭਰਿਆ ਪਿਆ ਨਾ ਜੀ, ਪਰਮੇਸ਼ਰ ਦੇ ਨਾਮ ਦੀ ਸ਼ਾਂਤੀ ਦਾ ਉਹਦੇ ਉੱਤੇ ਵੀ ਅਸਰ ਹੈਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਜੀਵਨ ਵਿੱਚ ਕਈ ਐਸੇ ਕੌਤਕ ਪ੍ਰਸੰਗ ਮਿਲਦੇ ਆ, ਜਦੋਂ ਉਹਨਾਂ ਨੇ ਭਜਨ ਕਰਨਾ, ਸੱਪਾਂ ਨੇ ਪਰਿਕਰਮਾ ਕਰਨੀ ਜੀ ਆਲੇ ਦੁਆਲੇ ਜੀ ਉਹਨਾਂ ਦੇ ਜੀ। ਸੱਪਾਂ ਨੇ ਜੀ। ਆਨੰਦਪੁਰ ਸਾਹਿਬ ਇੱਕ ਗੁਰਮੁਖ ਰਹਿੰਦਾ, ਉਹਨੇ ਮੈਨੂੰ ਬਚਨ ਸੁਣਾਇਆ। ਦਰਿਆ 'ਤੇ ਜਾ ਕੇ ਉਹਨੇ ਅੰਮ੍ਰਿਤ ਵੇਲੇ ਭਜਨ ਕਰਨਾ। ਕਹਿਣ ਲੱਗਾ, ਜਦੋਂ ਮੈਂ ਭਜਨ ਕਰਦਾ ਸਾਂ, ਸੱਪ ਮੇਰੇ ਲਾਗੇ ਆ ਕੇ ਬਹਿ ਜਾਂਦੇ ਸੀ। ਕਹਿਣ ਲੱਗੇ, ਪਹਿਲਾਂ ਮੈਂ ਡਰ ਗਿਆ। ਜਿਨ੍ਹਾਂ ਦੀ ਮੈਂ ਸੰਗਤ ਕਰਦਾ ਹਾਂ ਗੁਰਮੁਖਾਂ ਦੀ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਾਮ ਦੀ ਸ਼ਾਂਤੀ ਲੈਣ ਆਉਂਦੇ, ਤੈਨੂੰ ਕੁਝ ਨਹੀਂ ਕਹਿੰਦੇ। ਕਹਿੰਦੇ ਜਿੰਨਾ ਚਿਰ ਤੱਕ ਬੈਠ ਕੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ, ਉਹਨਾਂ ਨੇ ਬੈਠੇ ਰਹਿਣਾ। ਜਦੋਂ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਬੰਦ ਹੋ ਜਾਣਾ, ਉਹਨਾਂ ਨੇ ਚਲੇ ਜਾਣਾ ਜੀ। ਜਾਨਵਰਾਂ ਦੇ ਉੱਤੇ ਅਸਰ ਜੀ। ਹਾਂਜੀ, ਜਾਨਵਰ ਵੱਖ ਵੱਖ ਤਰ੍ਹਾਂ ਦੇ ਨਾ, ਪੰਛੀ ਨੇ ਪਰਾਂ ਵਾਲੇ, ਚਾਰ ਲੱਤਾਂ ਵਾਲੇ, ਇੱਕ ਰੇਂਗਣ ਵਾਲੇ ਜੀ, ਉਹ ਵੀ ਜਾਨਵਰ ਨੇ। ਸੱਪ ਰੇਂਗਣ ਵਾਲਿਆਂ 'ਚ ਜੀ। ਸਾਰਿਆਂ ਨੂੰ ਸ਼ਾਂਤੀ ਮਿਲਦੀ। ਜਦੋਂ ਰੱਥਾਂ ਦੀ ਆਵਾਜ਼ ਸੁਣੀ, ਘੋੜਿਆਂ ਦੀ ਆਵਾਜ਼ ਸੁਣੀ, ਉਹ ਜਿਹੜੇ ਜਾਨਵਰ ਬਾਬਾ ਬੁੱਢਾ ਜੀ ਦੇ ਆਲੇ ਦੁਆਲੇ ਬੈਠੇ ਸੀ, ਉਹ ਸਾਰੇ ਭੱਜ ਗਏ ਜੀ। ਬਾਬਾ ਜੀ ਨੇ ਨੇਤਰ ਖੋਲ ਕੇ ਪੁੱਛਿਆ ਵੀ ਭਾਈ ਕੌਣ ਆਇਆ? ਸਿੱਖ ਕਹਿਣ ਲੱਗਾ, ਬਾਬਾ ਜੀ ਇਉਂ ਲੱਗਦਾ ਹੈ ਜਿਵੇਂ ਗੁਰੂ ਕੇ ਮਹਿਲ ਆਏ ਹੋਣ। ਨਾਲ ਸੰਗਤਾਂ ਨੇ। ਤੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬਾਬਾ ਜੀ ਨੇ ਸਹਿਜ ਸੁਭਾਅ ਬਚਨ ਕੀਤਾ, ਗੁਰੂ ਕਿਆਂ ਨੂੰ ਕਿੱਥੋਂ ਭਾਜੜ ਪੈ ਗਈ ਹੈ? ਸਾਰੇ ਜਾਨਵਰਾਂ ਨੂੰ ਭਾਜੜ ਪਾ ਦਿੱਤੀ ਹੈ। ਬਸ ਜਦੋਂ ਮਾਤਾ ਜੀ ਆਏ ਤੇ ਮਹਾਰਾਜ ਬਾਬਾ ਜੀ ਨੇ ਮਾਤਾ ਜੀ ਨੂੰ ਵੀ ਆਖਿਆ, ਮਾਤਾ ਜੀ ਵੇਖੋ, ਕੱਲ ਵੀ ਬੇਨਤੀ ਕੀਤੀ ਸੀ, ਮਾਤਾ ਜੀ ਦੀ ਜਿਹੜੀ ਉਮਰ ਹੈ ਨਾ ਜੀ, ਉਹ ਬਾਬਾ ਜੀ ਤੋਂ ਅੱਧੀ ਵੀ ਨਹੀਂ ਹੈਗੀ ਜੀ। ਮਾਤਾ ਜੀ ਦੀ ਉਮਰ 30 ਸਾਲਾਂ ਦੀ, ਬਾਬਾ ਜੀ ਦੀ 90 ਸਾਲਾਂ ਤੋਂ ਉੱਤੇ ਉਮਰ ਜੀ। ਤੇ ਬਾਬਾ ਜੀ ਨਾ ਜੀ ਮਾਤਾ ਜੀ ਨੂੰ ਹੱਥ ਜੋੜ ਕੇ ਕਹਿੰਦੇ, ਮਾਤਾ ਜੀ, ਕਹਿੰਦੇ ਮਾਤਾ ਜੀ ਕਿੱਧਰ ਭੱਜਣਾ ਪੈ ਗਈਆਂ? ਜਦੋਂ ਇਹ ਬਚਨ ਕੀਤਾ, ਬਸ ਮਾਤਾ ਜੀ ਤੇ ਉੱਥੇ ਹੀ ਟਿਕ ਗਏ। ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਨੇ, ਇਹਨਾਂ ਭਾਜਣਾ ਵਾਲਾ ਬਚਨ ਕਰਤਾ, ਇਹ ਕੰਮ ਸਹੀ ਨਹੀਂ ਹੋਣਾ। ਦਾਸੀ ਨੇ ਕਿਹਾ, ਬਾਬਾ ਜੀ ਮਾਤਾ ਜੀ ਤੁਹਾਡੇ ਕੋਲੋਂ ਪੁੱਤਰ ਦੀ ਦਾਤ ਲੈਣ ਵਾਸਤੇ ਆਏ, ਬਚਨ ਕਰੋ। ਤੁਹਾਡੇ ਕੋਲ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ, ਬਚਨ ਕਰੋ, ਮਿਹਰ ਕਰੋ। ਬਾਬਾ ਜੀ ਕਹਿਣ ਲੱਗੇ, ਮੈਂ ਗੁਰੂ ਘਰ ਦਾ ਕਾਈ, ਮੈਂ ਕੀ ਬਚਨ ਕਰਨਾ? ਸਾਰੀਆਂ ਦਾਤਾਂ ਗੁਰੂ ਅਰਜਨ ਸਾਹਿਬ ਕੋਲ ਨੇ, ਉਹਨਾਂ ਕੋਲ ਜਾਓ। ਮਾਤਾ ਜੀ ਨਿੰਮੋ ਝੂਣੇ ਹੋ ਕੇ ਨਾ ਜੀ ਵਾਪਸ ਘਰ ਆ ਗਏ ਜੀ। ਹਾਂਜੀ, ਸੋ ਹੁਣ ਇਹਦੇ ਤੋਂ ਅੱਗੇ ਆਪਾਂ ਪ੍ਰਸੰਗ ਸਰਵਣ ਕਰਨਾ। ਬੜੇ ਪਿਆਰ ਦੇ ਨਾਲ ਸਾਧ ਸੰਗਤ ਦੀ ਕਥਾ ਆਪਾਂ ਸਾਰੇ ਪਿਆਰ ਦੇ ਨਾਲ ਸਰਵਣ ਕਰੀਏ। ਸਭ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਆਏ ਗਏ ਰਾਮਦਾਸਪੁਰ, ਮੈਂ ਉਤਰ ਬਰੇ ਸਦਨ। ਸਾਧ ਸੰਗਤ ਦੀ ਮਾਤਾ ਜੀ ਰੱਥ ਤੋਂ ਉਤਰੇ, ਆਪਣੇ ਘਰ ਨੂੰ ਚਲੇ ਗਏ ਜੀ। ਸ਼ਹਿਰ ਵਿੱਚ ਆ ਕੇ ਆਪਣੇ ਘਰ ਨੂੰ ਚਲੇ ਗਏ, ਨਾਲ ਦਾਸੀਆਂ ਚਲੇ ਗਈਆਂ। ਹਾਂਜੀ, ਗੁਰੂ ਜੀ ਕੋ ਦੇਖੇ ਬੰਦਨਾ ਕੋ ਧਾਰ ਕਰ। ਸ਼ਾਮ ਦਾ ਸਮਾਂ ਜਦੋਂ ਪਹੁੰਚੇ ਜੀ, ਮਹਾਰਾਜ ਘਰ ਆ ਚੁੱਕੇ ਸਨ।
ਮਾਤਾ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ। ਕੋਮਲ ਕਮਲ ਕੁਮਲਾਇਓ ਸੋ ਬਦਨ ਹੈ। ਮਹਾਰਾਜ ਜਾਣੀ ਜਾਣ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ ਨੂੰ ਪਤਾ ਵੀ ਬਾਬਾ ਜੀ ਨੇ ਕਿਹੜਾ ਬਚਨ ਛੱਡਿਆ, ਪਰ ਮਹਾਰਾਜ ਨੇ ਵੇਖਿਆ ਵੀ ਗੰਗਾ ਜੀ ਦਾ, ਮਾਤਾ ਜੀ ਦਾ ਚਿਹਰਾ ਜਿਹੜਾ ਬੜਾ ਕੋਮਲ ਰਹਿੰਦਾ ਹੈ, ਕੁਮਲਾਇਆ ਹੋਇਆ ਹੈ, ਚਿਹਰਾ ਸਭ ਕੁਝ ਦੱਸ ਦਿੰਦਾ ਨਾ ਜੀ। ਹਾਂਜੀ। ਪੁੱਛੀ ਸੁਤ ਕਾਮਨਾ ਕੋ ਪਾਏ ਚਿੰਤ ਟਾਰ ਕਰ। ਪੁੱਛਿਆ, ਮਹਾਰਾਜ ਕਹਿੰਦੇ ਗੰਗਾ ਜੀ ਬਚਨ ਲੈ ਆਏ, ਫਿਰ ਕਹਿਣ ਲੱਗੇ ਹੁਣ ਤੇ ਚਿੰਤਾ ਦੂਰ ਹੋ ਗਈ ਨਾ। ਹਾਂਜੀ। ਕੈਸੇ ਤੂੰ ਬਿਮਨ ਨਹੀਂ ਆਨੰਦ ਸਮੇਤ ਮਨ। ਤੇ ਨਾਲ ਹੀ ਸੱਚੇ ਪਾਤਸ਼ਾਹ ਕਹਿੰਦੇ ਗੰਗਾ ਜੀ, ਵੇਖੋ ਕਵੀ ਸੰਤੋਖ ਸਿੰਘ ਦੀ ਵਾਰੀ ਜਾਈਏ, ਦੋਵਾਂ ਜੀਆਂ ਦੇ ਵਿਚਕਾਰ ਜਿਹੜੀ ਗੱਲ ਹੋ ਰਹੀ ਉਹ ਲਿਖੀ ਉਹਨਾਂ ਨੇ ਜੀ। ਮਹਾਰਾਜ ਕਹਿੰਦੇ ਮਾਤਾ ਜੀ ਨੂੰ, ਗੰਗਾ ਜੀ ਤੁਹਾਡਾ ਚਿਹਰਾ ਤੇ ਖੁਸ਼ ਨਹੀਂ ਹੈਗਾ, ਕਹਿਣ ਲੱਗੇ ਚਿਹਰੇ ਤੇ ਉਦਾਸੀ ਹੈ ਤੁਹਾਡੇ। ਹਾਂਜੀ। ਬਾਰਤਾ ਕੋ ਭਨ ਜਿਮ ਆਈ ਤਾਹਾਂ ਕਾਰ ਕਰ। ਤੇ ਉੱਥੇ ਕੀ ਕਰਕੇ ਆਏ ਹੋ, ਕਹਿਣ ਲੱਗੇ ਦੱਸੋ ਸਾਨੂੰ ਸਾਰੀ ਗੱਲ। ਲੋਚਨ ਮੈਂ ਬਾਰ ਭਰ ਉੱਚੇ ਵੱਡ ਸਵਾਸ ਭਰ। ਬਸ ਜਦੋਂ ਮਹਾਰਾਜ ਨੇ ਇਹ ਗੱਲ ਆਖੀ ਨਾ ਜੀ, ਤੇ ਮਾਤਾ ਗੰਗਾ ਜੀ ਤੇ ਉਸੇ ਵੇਲੇ ਨੇਤਰਾਂ 'ਚ ਹੰਝੂ ਆ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਦੇ ਨੇਤਰਾਂ 'ਚ ਆ ਗਏ ਹੰਝੂ, ਤੇ ਉੱਚੇ ਉੱਚੇ ਸਾਹ ਲੈਣ ਲੱਗ ਪਏ ਜੀ। ਮਾਤਾ ਜੀ ਬੈਰਾਗ ਕਰਨ ਲੱਗ ਪਏ ਜੀ। ਬਾਰਤਾ ਬਤਾਈ ਮੁਖ ਬਾਕ ਕੋ ਉਚਾਰ ਕਰ। ਤੇ ਫਿਰ ਨਾ ਜੀ ਬੈਰਾਗ ਕਰਦਿਆਂ ਕਰਦਿਆਂ ਮਾਤਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਣ ਲੱਗੇ ਜੀ। ਸੁਨੇ ਪ੍ਰਭ ਰਾਵਰ ਕੇ ਪ੍ਰੇਰੇ ਹਮ ਗਏ ਤਹਾਂ। ਕਹਿੰਦੇ ਮਹਾਰਾਜ ਤੁਹਾਡੀ ਪ੍ਰੇਰੀ ਹੋਈ, ਮੈਂ ਉੱਥੇ ਗਈ ਸਾਂ ਬਾਬਾ ਬੁੱਢਾ ਜੀ ਦੇ ਕੋਲ। ਬੰਦਨ ਕੋਠਾਨ ਕੀਨ ਆਗੇ ਅਰਦਾਸ ਕੋ। ਤੇ ਮੱਥਾ ਟੇਕ ਕੇ ਅਰਦਾਸ ਵੀ ਕੀਤੀ ਬਾਬਾ ਜੀ ਦੇ ਅੱਗੇ। ਵੇਖ ਲੋ, ਗੁਰੂ ਅਰਜਨ ਸਾਹਿਬ ਜੀ ਦੀ ਪਤਨੀ, ਗੁਰੂ ਅਰਜਨ ਸਾਹਿਬ ਆਪ ਰੱਬ, ਉਹਨਾਂ ਦੇ ਮਹਿਲ ਸਿੱਖ ਨੂੰ ਨਮਸਕਾਰ ਕਰਕੇ ਉਹਦੇ ਅੱਗੇ ਅਰਦਾਸ ਕਰਨ ਦਾ ਹੈ ਜੀ। ਕਿਉਂ? ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਮਹਾਨ ਨੇ ਜੀ। ਹਾਂਜੀ। ਆਤਮਜ ਰਹਿਓ ਕਿਤ ਦੀਨਸ ਅਹਿਤ ਮਹਾ। ਭਾਰਜ ਪੈਰਾਗੀ ਪੁਨ ਸੰਕਟ ਪ੍ਰਕਾਸ਼ ਕੋ। ਗੱਜ ਕੇ ਆਖੋ ਵਾਹਿਗੁਰੂ। ਪਰ ਮਹਾਰਾਜ ਬਾਬਾ ਜੀ ਨੇ ਤੇ ਉਲਟੀ ਗੱਲ ਕਰ ਦਿੱਤੀ ਸਾਨੂੰ। ਆਪਣੀ ਗੱਲ ਨਹੀਂ ਨਾ ਦੱਸੀ ਜੀ ਅਜੇ ਮਾਤਾ ਜੀ ਨੇ। ਬੰਦਾ ਆਪਣੀ ਗੱਲ ਨਹੀਂ ਦੱਸਦਾ, ਭਾਵੇਂ ਕੋਈ ਵੀ ਹੋਵੇ, ਵੀ ਮੇਰੇ 'ਚ ਕੀ ਗਲਤੀ ਹੈ ਜੀ। ਆਪਣੀ ਨਹੀਂ ਦੱਸੀ ਵੀ ਮੈਂ ਕਿਵੇਂ ਰੱਥ ਭਰ ਭਰ ਖੜੇ ਤੇ ਕੀ ਹੋਇਆ ਜੀ। ਹਾਂਜੀ। ਐਸੀ ਬੇਪਰੀਤ ਭਈ ਚਿੰਤਾ ਬੜ ਚੀਤ ਪਈ। ਆਈ ਬੇਪੀਤ ਭਈ ਆਪਣੇ ਆਵਾਸ ਕੋ। ਉਹਨਾਂ ਨੇ ਬਚਨ ਕੀਤਾ ਵੀ ਭਾਜਣਾ ਕਿੱਥੋਂ ਪੈ ਗਈਆਂ ਤੁਹਾਨੂੰ। ਜਦੋਂ ਉਹਨਾਂ ਦੇ ਮੁਖੋਂ ਮੈਂ ਇਹ ਗੱਲ ਸੁਣੀ, ਮਹਾਰਾਜ ਮੈਂ ਤੇ ਚਿੰਤਾ ਵਿੱਚ ਹੋ ਕੇ ਵਾਪਸ ਆ ਗਈ। ਆਪਣੀ ਗੱਲ ਨਹੀਂ ਅਜੇ ਦੱਸੀ ਮਾਤਾ ਜੀ ਨੇ। ਅੱਜ ਕੇ ਆਖੋ ਹਾਂਜੀ। ਕਲਪ ਤਰੂ ਪੈ ਜਿਮ ਜਾਏ ਕੋ ਜਤਨ ਕਰ। ਪਾਏ ਨਾ ਪਦਾਰਥ ਗਵਾਏ ਬਿਤ ਪਾਸ ਕੋ। ਕੋਈ ਕਲਪ ਰੁੱਖ ਦੇ ਕੋਲ ਗਿਆ ਹੋਵੇ ਜੀ। ਕਲਪ ਰੁੱਖ ਬਾਰੇ ਪਤਾ ਕੀ ਪ੍ਰਚਲਿਤ ਹੈ? ਉਹਦੇ ਹੇਠਾਂ ਬੈਠ ਕੇ ਜੋ ਮੰਗੋ ਮਿਲ ਜਾਂਦਾ। ਮਾਤਾ ਜੀ ਕਹਿੰਦੇ ਮਹਾਰਾਜ ਬਾਬਾ ਬੁੱਢਾ ਜੀ ਕਲਪ ਰੁੱਖ ਵਰਗੇ ਹੈ, ਜੋ ਮੰਗੋ ਮਿਲਦਾ, ਪਰ ਮੈਂ ਉਹ ਹਾਂ ਕਲਪ ਰੁੱਖ ਕੋਲ ਜਾ ਕੇ ਵੀ ਖਾਲੀ ਆਈ ਹਾਂ, ਕਹਿਣ ਲੱਗੇ। ਹਾਂਜੀ। ਬੂਝੀ ਗੁਰ ਗਮਨੀ ਤੈਂ ਕੌਣ ਸੇ ਸਮਾਜ ਸੰਗ। ਹੁਣ ਮਹਾਰਾਜ ਨੂੰ ਤੇ ਪਤਾ ਨਾ ਸਾਰੀ ਗੱਲ ਦਾ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ। ਮਹਾਰਾਜ ਕੋਲ ਤੇ ਵੱਡੇ ਵੱਡੇ ਵਕੀਲ ਆ ਜਾਣ ਗੱਲਾਂ ਵਿੱਚ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਤਤ ਬੁੱਧੀ ਹੈ, ਗੱਲ ਦੀ ਤਹਿ 'ਚ ਗਏ ਹੈ ਮਹਾਰਾਜ। ਮਹਾਰਾਜ ਕਹਿਣ ਲੱਗੇ ਗੰਗਾ ਜੀ ਇਹ ਦੱਸੋ ਬਾਬਾ ਬੁੱਢਾ ਸਾਹਿਬ ਜੀ ਕੋ ਗਏ ਕਿਵੇਂ ਸੀ ਤੁਸੀਂ? ਕਹਿਣ ਲੱਗੇ ਇਹ ਦੱਸੋ ਪਹਿਲਾਂ। ਕੈਸੇ ਭਾਉ ਕੀਨ ਭੇਟ ਦੀਨ ਕੌਣ ਜਾਏ ਕਰ। ਕਿਹੋ ਜਿਹਾ ਪ੍ਰੇਮ ਸੀ ਹਿਰਦੇ 'ਚ, ਕੀ ਭੇਟਾ ਕੀਤਾ ਉਹਨਾਂ ਨੂੰ ਜਾ ਕੇ। ਇਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਤੇ ਗਿਆ ਕਿਵੇਂ, ਹਿਰਦੇ 'ਚ ਪ੍ਰੇਮ ਕੀ ਸੀ, ਭੇਟਾ ਕੀ ਕੀਤਾ ਜੀ।
ਹਾਂਜੀ। ਗੰਗਾ ਨੇ ਉਚਾਰੀ ਚੜ ਰਥ ਅਸਵਾਰੀ ਗਈ। ਹੁਣ ਫਿਰ ਮਾਤਾ ਗੰਗਾ ਜੀ ਨੂੰ ਸੱਚ ਦੱਸਣਾ ਪਿਆ ਜੀ। ਨਾਲੇ ਤੇ ਮਨ ਭਰ ਰਹੇ ਆ, ਨਾਲੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਮੈਂ ਰੱਥ ਤੇ ਚੜ ਕੇ ਗਈ ਸਾਂ ਸੱਚੇ ਪਾਤਸ਼ਾਹ। ਹਾਂਜੀ। ਗਾਡੀ ਬਹੁ ਸੰਗ ਲੈ ਕੇ ਜਨ ਸਮੁਦਾਏ ਕਰ। ਤੇ ਨਾਲ ਉਰੋਂ ਗੱਡੇ ਹੁੰਦੇ ਸਨ ਜੀ, ਬੈਲਾਂ ਵਾਲੇ ਜੀ। ਹਾਂਜੀ, ਉਹਨਾਂ ਗੱਡਿਆਂ 'ਚ ਲੋਕ ਬਹਿੰਦੇ ਸਨ। ਮਹਾਰਾਜ ਨਾਲ ਮੈਂ ਗੱਡੇ ਲੈ ਕੇ ਗਈ, ਕਈ ਸਿੱਖ ਮੇਰੇ ਨਾਲ ਗਏ ਸਨ, ਕਈ ਦਾਸੀਆਂ ਮੇਰੇ ਨਾਲ ਗਈਆਂ ਸਨ। ਮਧੁਰ ਸੁਨਿਗਧ ਪ੍ਰਸਾਦ ਕੋ ਅਗਾਰੀ ਧਰਿਓ। ਮਿੱਠੇ ਘਿਓ ਵਾਲੇ, ਦੇਸੀ ਘਿਓ ਦੇ ਵਧੀਆ ਬਣੇ ਪਦਾਰਥ ਅਸੀਂ ਬਾਬਾ ਜੀ ਦੇ ਅੱਗੇ ਰੱਖੇ। ਭਨਿਓ ਹੈ ਮਨੋਰਥ ਸੋ ਦਾਸੀ ਨੇ ਸੁਨਾਏ ਕਰ। ਤੇ ਦਾਸੀ ਨੇ ਸਾਰੀ ਗੱਲ ਦੱਸੀ ਬਾਬਾ ਜੀ ਨੂੰ, ਦਾਸੀ ਨੇ। ਹਾਂਜੀ। ਤਿਨੋਂ ਨੇ ਟਲਾਏ ਕਰ ਸਰਾਪ ਕੋ ਅਲਾਏ ਕਰ। ਪਰ ਬਾਬਾ ਜੀ ਨੇ ਤੇ ਉਲਟਾ ਹੀ ਬਚਨ ਕਰ ਦਿੱਤਾ। ਬਾਬਾ ਜੀ ਕਹਿੰਦੇ ਭਾਜਣਾ ਪੈ ਗਈਆਂ ਨੇ। ਹਾਂਜੀ। ਸਭ ਹੈ ਬਿਸਮਾਏ ਕਰ ਤਰਾਸ ਉਪਜਾਏ ਕਰ। ਮਹਾਰਾਜ ਬਾਬਾ ਜੀ ਦੇ ਬਚਨ ਸੁਣ ਕੇ ਅਸੀਂ ਸਾਰੇ ਹੀ ਡਰ ਗਏ, ਕਹਿਣ ਲੱਗੇ ਅਸੀਂ ਸਾਰੇ ਹੀ ਡਰ ਗਏ। ਅਗਲੀ ਗੱਲ ਬੜੇ ਹੀ ਧਿਆਨ ਨਾਲ ਸੁਣਿਓ ਸੰਗਤ ਜੀ, ਸਾਡੇ ਸਾਰਿਆਂ ਦੇ ਸਦਾ ਹੀ ਕੰਮ ਆਉਣ ਵਾਲੀ ਗੱਲ ਹੈ ਜੀ। ਸਦਾ ਹੀ ਸ੍ਰੀ ਗੁਰੂ ਅਰਜਨ ਸਾਹਿਬ ਬਚਨ ਕਰਨ ਲੱਗੇ। ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਝੋਲੀਆਂ ਅੱਡ ਕੇ ਬੈਠੇ ਹੋਣ ਜੀ। ਹਾਂਜੀ। ਸਵਈਆ ਛੰਦ ਸ਼੍ਰੀ ਗੁਰ ਅਰਜਨ ਸੁਨ ਕਰ ਪੁੰਨ ਕਹੈ। ਸਿੱਖਿਆ ਦਈ ਸੁਮਤ ਬਿਸਤਾਰ। ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀ ਨੂੰ ਸਿੱਖਿਆ ਦੇਣ ਲੱਗੇ ਜੀ। ਸਿੱਖਿਆ ਦੇਣ ਲੱਗੇ ਜੀ। ਧਿਆਨ ਰੱਖਿਓ, ਸਾਨੂੰ ਬਹੁਤ ਵਾਰ ਗੁਰੂ ਘਰ ਜਾਣ ਦਾ ਪਤਾ ਹੀ ਨਹੀਂ ਲੱਗਦਾ, ਕਿਸੇ ਗੁਰਮੁਖ ਮਹਾਂਪੁਰਖ ਕੋਲ ਜਾਣ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਜਾਣਾ ਹੈ ਜੀ। ਹਾਂਜੀ। ਪੂਰਨ ਪੁਰਖਨ ਕੇ ਟਿਗ ਜਾਨੋ। ਭਿੰਡ ਨਾ ਕੀਜੈ ਕਛੂ ਵਿਚਾਰ। ਸੱਚੇ ਪਾਤਸ਼ਾਹ ਕਹਿ ਰਹੇ, ਕਹਿੰਦੇ ਗੰਗਾ ਜੀ ਇੱਕ ਗੱਲ ਦਾ ਚੇਤਾ ਰੱਖਿਓ, ਜਦੋਂ ਪੂਰਨ ਪੁਰਸ਼ਾਂ ਦੇ ਕੋਲ ਜਾਈਏ ਨਾ, ਆਪਣਾ ਪ੍ਰਗਟਾਵਾ ਨਹੀਂ ਕਰੀਦਾ। ਕਹਿਣ ਲੱਗੇ ਕਈ ਵਾਰੀ ਬੰਦਾ ਪੂਰਨ ਪੁਰਸ਼ਾਂ ਕੋ ਜਾ ਕੇ ਦੱਸਦਾ ਵੀ ਮੈਂ ਬੜਾ ਅਮੀਰ ਹੈਗਾ ਜੀ, ਮੈਂ ਬਹੁਤ ਧਨਾਢ ਬੰਦਾ ਹੈਗਾ, ਵੱਡੀ ਗੱਡੀ ਤੇ ਜਾਏਗਾ, ਬਹੁਤ ਟੌਰ ਕੱਢ ਕੇ ਜਾਏਗਾ ਜੀ। ਹਾਂਜੀ। ਆਉਣ ਦਾ ਹੀ ਪਤਾ ਲੱਗ ਜਾਂਦਾ ਜੀ ਬੰਦੇ ਨੂੰ ਜੀ, ਆਉਣ ਦਾ ਹੀ ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿੰਦੇ ਗੰਗਾ ਜੀ ਜਦੋਂ ਰੱਬ ਦੇ ਪਿਆਰੇ ਪੂਰਨ ਪੁਰਸ਼ਾਂ ਦੇ ਕੋਲ ਜਾਈਏ ਨਾ, ਆਪ ਨੂੰ ਵੱਡੇ ਨਹੀਂ ਵਿਖਾਈ ਦਾ। ਕਹਿਣ ਲੱਗੇ ਬੰਦੇ ਨੂੰ ਆਦਤ ਪਈ ਹੈ ਜੀ ਜ਼ਬਰਦਸਤੀ ਵੱਡੇ ਬਣ ਬਣ ਕੇ ਬਹਿਣ ਦੀ ਜੀ। ਅਸੀਂ ਵੱਡੇ ਹੈਗੇ ਆ। ਹਾਂਜੀ। ਜ਼ਬਰਦਸਤੀ ਆਦਤ ਪਈ ਜੀ। ਹਾਂਜੀ। ਹੋਏ ਦੀਨ ਹੰਕਾਰ ਨਿਵਾਰੋ। ਪੂਰੇ ਨੀਵੇਂ ਹੋ ਕੇ ਜਾਣਾ, ਪੂਰੇ ਨੀਵੇਂ ਹੋ ਕੇ, ਹੰਕਾਰ ਛੱਡ ਕੇ ਜਾਣਾ, ਹੰਕਾਰ ਛੱਡ ਕੇ। ਹਾਂਜੀ। ਬਿਨਤੀ ਹੀ ਕੀਜੈ ਆਪ ਉਚਾਰ। ਬਿਲਕੁਲ ਆਪਣਾ ਆਪਾ ਦੂਰ ਕਰਕੇ ਤੇ ਪੂਰਨ ਪੁਰਸ਼ਾਂ ਨੂੰ ਨਿਮਰਤਾ ਦੇ ਨਾਲ ਬੇਨਤੀ ਕਰਨੀ ਹੈ, ਨਿਮਰਤਾ ਦੇ ਨਾਲ। ਕਈ ਵਾਰੀ ਪੂਰਨ ਪੁਰਸ਼ਾਂ ਕੋ ਬੰਦਾ ਜਾਂਦਾ, ਕਿਸੇ ਰੱਬ ਦੇ ਪਿਆਰੇ ਮਹਾਂਪੁਰਖ ਕੋ, ਉੱਥੇ ਵੀ ਚਲਾਕੀ ਕਰੀ ਜਾਂਦਾ ਜੀ। ਇੱਕ ਨਾ ਜੀ ਮਹਾਂਪੁਰਖ ਬੈਠੇ ਜੀ, ਉਹਨਾਂ ਦੇ ਕੋਲ ਇੱਕ ਸਿੱਖ ਮਿਲਣ ਵਾਸਤੇ ਗਿਆ ਤੇ ਦੂਜਾ ਵੀ ਨਾਲ ਤੁਰ ਪਿਆ ਜੀ। ਉਹ ਮਹਾਂਪੁਰਖ ਅਗਲਵਾਂਡੀ ਖਲੋਤੇ, ਕਹਿੰਦੇ ਆ ਗੁਰਮੁਖਾ, ਬੜਾ ਜੀ ਕਰਦਾ ਸੀ ਤੈਨੂੰ ਮਿਲਣ ਦਾ। ਤੇ ਪਹਿਲਾਂ ਤੇ ਨਿਮਰਤਾ 'ਚ ਸੀ, ਤੇ ਦੂਜਾ ਪਤਾ ਕੀ ਕਹਿੰਦਾ ਜੀ, ਕਹਿੰਦਾ ਜੀ ਮੇਰਾ ਵੀ ਬੜਾ ਜੀ ਕਰਦਾ ਸੀ ਤੁਹਾਨੂੰ ਮਿਲਣ ਦਾ। ਉਹ ਜਿਹੜਾ ਵੈਸੇ ਹੀ ਝੋਲੀ ਚੁੱਕ ਨਾਲ ਤੁਰਿਆ ਸੀ, ਕਹਿੰਦਾ ਮੇਰਾ ਵੀ ਬੜਾ ਜੀ ਕਰਦਾ ਸੀ ਤੁਹਾਨੂੰ ਮਿਲਣ ਦਾ। ਉਹ ਮਹਾਂਪੁਰਖ ਅੱਗੋਂ ਕਹਿੰਦੇ ਸਾਡਾ ਨਹੀਂ ਸੀ ਕਰਦਾ ਤੈਨੂੰ ਮਿਲਣ ਦਾ। ਕਹਿੰਦੇ ਗੱਜ ਕੇ ਆਖੋ ਕਹਿੰਦੇ ਸਾਡਾ ਨਹੀਂ ਸੀ ਕਰਦਾ ਤੈਨੂੰ ਮਿਲਣ ਦਾ। ਹਾਂਜੀ। ਮਹਾਰਾਜ ਕਹਿੰਦੇ ਪੂਰੀ ਨਿਮਰਤਾ ਦੇ ਨਾਲ, ਸਾਵਧਾਨੀ ਦੇ ਨਾਲ ਰੱਬ ਦੇ ਪਿਆਰਿਆਂ ਕੋ ਜਾਣਾ, ਗੁਰੂ ਸਾਹਿਬ ਜੀ ਕੋ ਜਾਣਾ। ਹੁਣ ਵੇਖੋ ਨਾ ਜੀ, ਬੰਦਾ ਗਿਆ ਵੀ ਹੈ, ਖੱਟੇ ਵੀ ਨਾ ਕੁਝ ਦੀ।
ਬਿਨਤੀ ਹੀ ਕੀਜੈ ਆਪ ਉਚਾਰ। ਆਪ ਬੇਨਤੀ ਕਰਨੀ ਹੈ। ਫਿਰ ਇਹ ਨਹੀਂ ਵੀ ਦਾਸੀ ਨੇ ਕਹਿਤਾ ਤਾਂ ਠੀਕ ਹੈ, ਲੋੜ ਸਾਨੂੰ ਹੈ, ਅਸੀਂ ਆਪ ਬੇਨਤੀ ਕਰੀਏ। ਹਾਂਜੀ। ਨਹੀਂ ਜਨਾਵਨ ਆਪਾ ਕਰੀਐ ਬਚਨ ਧੂਰ ਕੇ ਬਨ ਅਨੁਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਾਂ ਨਹੀਂ ਜਨਾਉਣਾ ਤੇ ਨੀਵੇਂ ਤੋਂ ਨੀਵੇਂ ਬਚਨ ਕਰਨੇ, ਨੀਵੇਂ ਤੋਂ ਨੀਵੇਂ ਜੀ। ਭਾਵ ਬਹੁਤੀ ਨਿਮਰਤਾ ਵਾਲੇ ਬਚਨ ਕਰਨੇ। ਚੇਤਾ ਰੱਖਿਓ ਨਿਮਰਤਾ ਵਾਲਾ ਕੁਝ ਖੱਟ ਲਏਗਾ ਜੀ, ਨਿਮਰਤਾ ਵਾਲਾ ਕੁਝ ਖੱਟ ਲਏਗਾ। ਨਿਮਰਤਾ ਵਾਲਾ ਤੇ ਸਤ ਬਚਨ ਵਾਲਾ ਜੀ ਕੁਝ ਖੱਟ ਲਏਗਾ ਜੀ। ਇੱਕ ਰੱਬ ਦੇ ਪਿਆਰਿਆਂ ਕੋਲ ਬੜਾ ਸਾਲਾਂ ਤੋਂ ਇੱਕ ਬੰਦਾ ਆ ਰਿਹਾ ਸੀ, ਭਜਨ ਤੇ ਕਰਦਾ ਸੀ, ਗੱਲ ਨਹੀਂ ਸੀ ਬਣਦੀ ਜੀ। ਇੱਕ ਦਿਨ ਉਹਨਾਂ ਨੇ ਕੋਈ ਵਸਤੂ ਦਿੱਤੀ, ਮਨ 'ਚ ਸੋਚਿਆ ਵੀ ਇਸ ਵਸਤੂ ਰਾਹੀਂ ਇਹਨੂੰ ਅੱਜ ਅਵਸਥਾ ਦੇ ਦੇਣੀ ਹੈ। ਉਹਨੂੰ ਆਖਿਆ ਵੀ ਆ ਲੈ ਲਾ। ਉਹ ਕਹਿੰਦਾ ਨਹੀਂ ਜੀ ਨਹੀਂ, ਮੈਂ ਛਕਦਾ ਹੀ ਨਹੀਂ। ਕਹਿੰਦੇ ਲੈ ਲਾ। ਕਹਿੰਦਾ ਮੈਂ ਛਕਦਾ ਹੀ ਨਹੀਂ। ਕਹਿੰਦੇ ਲੈ ਕੇ ਬਾਹਰ ਜਾ ਕੇ ਕਿਸੇ ਨੂੰ ਦੇ ਦੀ। ਕਹਿੰਦਾ ਨਹੀਂ, ਲੋੜ ਹੀ ਨਹੀਂ ਹੈਗੀ। ਸਤ ਬਚਨ ਨਹੀਂ ਨਾ ਕੀਤਾ ਤੇ ਖਾਲੀ ਰਹਿ ਗਿਆ ਜੀ। ਫਿਰ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਤ ਬਚਨ ਕਰਨਾ ਹੈ ਤੇ ਨੀਵੇਂ ਤੋਂ ਨੀਵੇਂ ਹੋ ਕੇ ਬਚਨ ਕਰਨਾ ਹੈ। ਭਾਵ ਬਹੁਤੀ ਨਿਮਰਤਾ ਵਾਲੇ ਬਚਨ ਕਰਨੇ ਆ। ਹਾਂਜੀ। ਦੋਹਰਾ ਇਤਿਆਦਿਕ ਸ਼ੁਭ ਮਤ ਕਹੀ ਗੰਗਾ ਸੁਨ ਪਛਤਾਏ। ਹਾਂਜੀ। ਬਿਨਾ ਵਿਚਾਰੇ ਮੈਂ ਕਰਿਓ ਤਿਸ ਕੋ ਫਲ ਦੁਖ ਪਾਏ। ਤੇ ਮਾਤਾ ਜੀ ਫਿਰ ਹੁਣ ਵਿਚਾਰ ਕਰਨ ਦੇ ਆ ਵੀ ਮੇਰੇ ਕੋ ਭੁੱਲ ਹੋ ਗਈ ਹੈ, ਮੈਨੂੰ ਮਰਿਆਦਾ ਨਹੀਂ ਆਈ ਬਾਬਾ ਜੀ ਦੇ ਕੋਲ ਜਾਣ ਦੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਮਾਤਾ ਜੀ ਤੇ ਮਾਤਾ ਜੀ ਨੇ ਸਾਡੇ ਪੂਜਨੀਕ ਨੇ, ਇਹ ਮਾਤਾ ਜੀ ਦੇ ਰਾਹੀਂ ਮਹਾਰਾਜ ਸਾਨੂੰ ਹੀ ਸਿੱਖਿਆ ਦੇ ਰਹੇ ਨੇ। ਮਾਤਾ ਜੀ ਬੜਾ ਹੀ ਮਨ 'ਚ ਪਛਤਾਏ, ਸਾਡੇ ਕੋਲੋਂ ਭੁੱਲ ਹੋ ਗਈ ਹੈ, ਸਾਨੂੰ ਜਾਣਾ ਹੀ ਨਹੀਂ ਆਇਆ। ਹਾਂਜੀ। ਨੀਚ ਬਿਲੋਚਨ ਕਰ ਰਹੀ ਸੋਚਤ ਸੋਚ ਵਿਸਾਲ। ਹੁਣ ਮਾਤਾ ਜੀ ਨੇ ਨੀਵੇਂ ਨੈਣ ਕਰ ਲਏ ਜੀ। ਮਾਤਾ ਜੀ ਸੋਚਣ ਲੱਗ ਪਏ ਜੀ। ਹਾਂਜੀ। ਕਿਤਕ ਦੇਰ ਮਹਿ ਧੀਰ ਧਰ ਬੋਲੀ ਨਮਰਤ ਨਾਲ। ਤੇ ਫਿਰ ਕੁਝ ਸਮਾਂ ਤੇ ਧੀਰਜ ਧਾਰ ਕੇ ਚੁੱਪ ਕਰਕੇ ਬੈਠੇ ਰਹੇ। ਉਹਦੇ ਤੋਂ ਬਾਅਦ ਮਾਤਾ ਜੀ ਪਿਆਰ ਨਾਲ ਨਿਮਰਤਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ। ਸਵਈਆ ਛੰਦ ਸ਼੍ਰੀ ਜਗ ਗੁਰ ਸਰਬੱਗ ਸਦਾ ਔਰ ਸਕਲ ਸ਼ਕਤ ਮਹਿ ਪੂਰਨ ਪੂਰ। ਮਾਤਾ ਜੀ ਨਾਲੇ ਤੇ ਬੈਰਾਗ ਕਰਨ, ਹੰਝੂ ਕੇਰਨ, ਨਾਲੇ ਮਾਤਾ ਜੀ ਨੇ ਹੱਥ ਜੋੜ ਲਏ। ਗੁਰੂ ਅਰਜਨ ਸਾਹਿਬ ਪਲੰਘੇ ਤੇ ਬੈਠੇ ਆ, ਮਾਤਾ ਜੀ ਲਾਗੇ ਪੀੜੀ ਤੇ ਬੈਠੇ ਆ ਜੀ। ਕਹਿੰਦੇ ਮਹਾਰਾਜ ਤੁਸੀਂ ਪੂਰਨ ਹੋ ਸੱਚੇ ਪਾਤਸ਼ਾਹ, ਤੁਸੀਂ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਸੱਚੇ ਪਾਤਸ਼ਾਹ, ਤੁਸੀਂ ਸਭ ਕੁਝ ਜਾਣਦੇ ਹੋ ਸੱਚੇ ਪਾਤਸ਼ਾਹ। ਹਾਂਜੀ। ਚਾਹੋ ਕਰਹੁ ਨਹਿ ਬਿਲਮ ਲੱਗੈ ਪ੍ਰਭ ਸਭ ਦੇਸ਼ਨ ਮਹਿ ਸਭਨ ਹਦੂਰ। ਜੋ ਤੁਸੀਂ ਚਾਹੋ ਮਹਾਰਾਜ ਉਹ ਤੁਸੀਂ ਕਰ ਲੈਂਦੇ ਹੋ। ਬਿਨਾਂ ਕਿਸੇ ਦੇਰੀ ਤੋਂ ਤੁਸੀਂ ਆਪਣੇ ਸੇਵਕਾਂ ਦੇ ਕੰਮ ਸਵਾਰਦੇ ਹੋ। ਤੇ ਮੈਂ ਤੇ ਤੁਹਾਡੀ ਪਤਨੀ ਆ ਮਹਾਰਾਜ। ਹਾਂਜੀ। ਕਰਹਿ ਆਰਾਧਨ ਪਹੁੰਚਹੁ ਤਤ ਛਿਨ ਸ਼ਰਧਾਲੂ ਕੀ ਸ਼ਿਛਾ ਪੂਰ। ਜਿਹੜਾ ਕੋਈ ਤੁਹਾਨੂੰ ਆਰਾਧਦਾ ਹੈ ਤੁਸੀਂ ਉੱਥੇ ਪਹੁੰਚ ਕੇ ਉਹਦੀ ਰਾਖੀ ਕਰਦੇ ਹੋ ਮਹਾਰਾਜ। ਮਾਤਾ ਜੀ ਦੇ ਸਾਹਮਣੇ ਇਹ ਗੱਲਾਂ ਵਰਤਦੀਆਂ ਨੇ ਜੀ। ਮਾਤਾ ਜੀ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਆ ਜੀ। ਹਾਂਜੀ। ਲੱਖੋਂ ਕੇ ਕਾਜਨ ਕਹੋ ਕਰਤਾ। ਲੱਖਾਂ ਦੇ ਕੰਮ ਤੁਸੀਂ ਰੋਜ਼ ਹੀ ਸਵਾਰਦੇ ਹੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਗੰਗਾ ਜੀ ਹੁਣ ਬੈਰਾਗ 'ਚ ਬੇਨਤੀ ਕਰਨ ਦੇ। ਹਾਂਜੀ। ਬਾਹੋ ਇਮ ਕਹਿ ਨਾ ਹੋ ਕਹਿ ਕੂਰ। ਤੇ ਬਹੁਤ ਲੋਕ ਇਸ ਤਰ੍ਹਾਂ ਕਹਿੰਦੇ ਆ, ਜੋ ਗੁਰੂ ਅਰਜਨ ਸਾਹਿਬ ਮੁਖੋਂ ਕਹਿ ਦੇਣ ਉਹ ਸੱਚ ਹੋ ਜਾਂਦਾ ਹੈ, ਉਹ ਗੱਲ ਵਰਤਦੀ ਹੈ। ਹਾਂਜੀ। ਬ੍ਰਿਧ ਨੇ ਸੁਜਸ ਆਪ ਕੋ ਉਚਾਰਿਓ। ਤੇ ਹੁਣ ਸੁਣਿਓ ਮਹਾਰਾਜ, ਅਸੀਂ ਤੇ ਬਾਬਾ ਬੁੱਢਾ ਸਾਹਿਬ ਕੋ ਗਏ ਸਾਂ, ਪਰ ਬਾਬਾ ਬੁੱਢਾ ਸਾਹਿਬ ਨੇ ਤੇ ਤੁਹਾਡੇ ਬਾਰੇ ਹੀ ਆਖਿਆ ਸਾਨੂੰ ਵੀ ਗੁਰੂ ਅਰਜਨ ਸਾਹਿਬ ਜੀ ਕੋ ਸਭ ਕੁਝ ਹੈ। ਜਗ ਜਾਚਕ ਸੋ ਦੇਵਨ ਹਾਰ। ਤੇ ਬਾਬਾ ਬੁੱਢਾ ਜੀ ਨੇ ਤੇ ਸਾਨੂੰ ਇਹ ਆਖਿਆ ਹੈ
ਜਗਤ ਸਾਰਾ ਮੰਗਤਾ ਹੈ ਤੇ ਜਗਤ ਨੂੰ ਦੇਣ ਵਾਲੇ ਗੁਰੂ ਅਰਜਨ ਸਾਹਿਬ ਨੇ। ਮਹਾਰਾਜ ਤੁਹਾਡੇ ਬਾਰੇ ਆਖਿਆ ਬਾਬਾ ਬੁੱਢਾ ਜੀ ਨੇ। ਹਾਂਜੀ। ਜਦਿਅਪ ਸਮਰੱਥ ਸਭ ਵਿਦ ਇਮਹੋ ਤਦਿਅਪ ਆਗਿਆ ਕੀਨ ਉਚਾਰ। ਗੱਜ ਕੇ ਆਖੋ। ਮਾਤਾ ਜੀ ਬੈਰਾਗ ਚ ਨੇ ਨਾ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਜੇ ਤੁਸੀਂ ਸਮਰੱਥ ਹੋ ਤੇ ਬਾਬਾ ਜੀ ਨੇ ਆਖਿਆ ਨਾ, ਜੇ ਤੁਸੀਂ ਮਾਲਕ ਹੋ ਸਮਰੱਥ ਹੋ ਤਾਈਓ ਬਾਬਾ ਜੀ ਨੇ ਆਖਿਆ ਆਪ ਜੀ ਨੂੰ। ਹਾਂਜੀ। ਤਿਨ ਤੇ ਬਰ ਲੈ ਹੋ ਪੁੱਤਰ ਚਾਹਤ ਜੋ ਸੋ ਮੁਝ ਤੇ ਹੋਏ ਸਕੀਨਾ ਕਾਰ। ਪਰ ਮੈਂ ਤੁਹਾਡਾ ਹੁਕਮ ਮੰਨਦੀ ਆ। ਤੁਸਾਂ ਮੈਨੂੰ ਬਾਬਾ ਬੁੱਢਾ ਸਾਹਿਬ ਜੀ ਕੋ ਜਾਣ ਦੀ ਕਿਹਾ, ਬਾਬਾ ਬੁੱਢਾ ਸਾਹਿਬ ਕੋ ਬਚਨ ਲੈਣ ਲਈ ਕਿਹਾ, ਪਰ ਮੇਰੇ ਕੋਲੋਂ ਉਹ ਕੰਮ ਨਹੀਂ ਹੋ ਸਕਿਆ। ਮਾਤਾ ਜੀ ਦੀ ਇਮਾਨਦਾਰੀ ਹੈ ਇੱਥੇ। ਗੱਜ ਕੇ ਆਖੋ ਵਾਹਿਗੁਰੂ। ਬੜੀ ਇਮਾਨਦਾਰੀ ਨਾਲ ਮਾਤਾ ਜੀ ਬਚਨ ਕਰਨ ਤੇ ਚੇਤਾ ਰੱਖਿਓ, ਜਿਹੜਾ ਇਮਾਨਦਾਰੀ ਨਾਲ ਮਾਫੀ ਮੰਗੇ ਬਚਨ ਕਰੇ ਉਹਦਾ ਰਾਹ ਕੋਈ ਨਾ ਕੋਈ ਮਹਾਰਾਜ ਕੱਢ ਦਿੰਦੇ ਜੀ। ਹਾਂਜੀ। ਬਿਗੜਿਓ ਆਪ ਸੁਧਾਰਨ ਕਰੀਐ। ਮੇਰੇ ਕੋ ਤੇ ਕੰਮ ਵਿਗੜ ਗਿਆ ਮਹਾਰਾਜ, ਕੰਮ ਵਿਗੜ ਗਿਆ। ਖੁਸ਼ੀ ਦੇ ਬਚਨ ਲੈਣੇ ਸੀ, ਨਾਰਾਜ਼ਗੀ ਦੇ ਬਚਨ ਮਿਲ ਗਏ ਨੇ। ਹਾਂਜੀ। ਸ਼ੁਭ ਸਿੱਖਿਆ ਦੇਹੋ ਮੈਂ ਅਨੁਸਾਰ। ਆਖੋ ਧੰਨ ਮਾਤਾ ਗੰਗਾ ਜੀ। ਧੰਨ ਮਾਤਾ ਗੰਗਾ ਜੀ। ਇਸ ਤਰ੍ਹਾਂ ਨਹੀਂ, ਗੱਜ ਕੇ ਕਹੋ ਸਾਰੇ ਧੰਨ ਮਾਤਾ ਗੰਗਾ ਜੀ। ਮਾਤਾ ਗੰਗਾ ਜੀ ਨੇ ਸਿੱਧੀ ਗੱਲ ਕਹੀ, ਮਹਾਰਾਜ ਮੈਨੂੰ ਸ਼ੁਭ ਮੱਤ ਦਿਓ ਵੀ ਹੁਣ ਕੀ ਕਰਨਾ ਹੈ ਜੀ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਸਾਰੀਆਂ ਜੀ, ਜ਼ਿੰਦਗੀ 'ਚ ਕੰਮ ਆਉਂਦੀਆਂ ਨੇ ਸਾਰੀਆਂ ਗੱਲਾਂ ਜੀ। ਮਹਾਰਾਜ ਹੁਣ ਮੈਨੂੰ ਸਿੱਖਿਆ ਦਿਓ, ਹੁਣ ਮੈਂ ਕੀ ਕਰਾਂ। ਹਾਂਜੀ। ਬੜ ਪੁਰਸ਼ਨ ਕੀ ਸੇਵਾ ਕਰਨੀ ਇਸ ਮੈਂ ਚਾਹੀਏ ਬੁੱਧ ਅਧਿਕਾਏ। ਤੇ ਮਹਾਰਾਜ ਅੱਗੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿ ਰਹੇ ਆ। ਮਹਾਰਾਜ ਕਹਿੰਦੇ ਆ ਗੰਗਾ ਜੀ, ਵੱਡੇ ਪੁਰਸ਼ਾਂ ਦੀ ਸੇਵਾ ਜਦੋਂ ਕਰਨੀ ਹੋਵੇ ਤੇ ਬੁੱਧੀ ਚਾਹੀਦੀ ਹੈ। ਅਸੀਂ ਸੋਚਦੇ ਹਾਂ ਸੇਵਾ ਕਰਨੀ ਸੌਖੀ ਹੈ, ਨਹੀਂ ਸਾਧ ਸੰਗਤ ਜੀ ਸੌਖੀ ਨਹੀਂ ਹੈਗੀ ਜੀ। ਅਸੀਂ ਸਮਝਦੇ ਹਾਂ ਵੀ ਨਾ ਇਹ ਕਿਹੜਾ ਕੰਮ ਹੈਗਾ ਕੋਈ, ਨਹੀਂ ਸੇਵਾ ਕਰਨੀ ਬੜੀ ਔਖੀ ਹੈਗੀ ਤੇ ਬੜੀ ਮਾਰ ਖਾਣੀ ਪੈਂਦੀ ਹੈ ਜੀ, ਬਹੁਤ ਮਾਰ ਖਾਣੀ ਪੈਂਦੀ। ਪਤਾ ਹੀ ਨਹੀਂ ਕਿਹੜੇ ਵੇਲੇ ਭੁੱਲ ਹੋ ਜਾਣੀ, ਅਗਲਿਆਂ ਨੇ ਕਿਹੜੀ ਗੱਲ ਨੋਟ ਕਰਨੀ ਹੈ ਜੀ। ਮਹਾਰਾਜ ਕਹਿੰਦੇ ਵੱਡੇ ਪੁਰਸ਼ਾਂ ਦੀ ਸੇਵਾ ਕਰਨੀ ਹੋਵੇ ਨਾ ਤੇ ਬੜੀ ਬੁੱਧੀ ਚਾਹੀਦੀ, ਬੜੀ ਸਿਆਣਪ ਚਾਹੀਦੀ ਹੈ। ਹਾਂਜੀ। ਬੰਸ ਬੇਭੂਖਨ ਭੂਖਨ ਸਮਸਰ ਸੁਤ ਹੋਏ ਅਸਮਤ ਦੇਹੋ ਸਿਖਰਾਏ। ਤੇ ਅੱਗੋਂ ਮਾਤਾ ਜੀ ਕਹਿੰਦੇ ਫਿਰ ਮਹਾਰਾਜ ਕਿਰਪਾ ਕਰੋ, ਐਸੀ ਮੱਤ ਦਿਓ ਮੈਨੂੰ ਬਾਬਾ ਜੀ, ਮੇਰੀ ਮੱਤ ਤੇ ਖੁਸ਼ ਹੋ ਕੇ ਸੂਰਜ ਵਰਗੇ ਤੇਜ ਪ੍ਰਤਾਪ ਵਰਗਾ ਪੁੱਤਰ ਹੋਵੇ। ਇਹ ਬਚਨ ਕਹਿਣ ਲੱਗੇ, ਇਹੋ ਜੀ ਮੱਤ ਦਿਓ ਮੈਨੂੰ। ਹਾਂਜੀ। ਤਿਮ ਅਬ ਕੀਜੈ ਹੈ ਹੇਰ ਪ੍ਰਸੀਜੈ ਸ਼ੁਭ ਬਰ ਲੀਜੈ ਚਿੰਤ ਬੇਲਾਏ। ਮਹਾਰਾਜ ਮੈਨੂੰ ਸ਼ੁਭ ਮੱਤ ਦਿਓ, ਮੇਰੀ ਚਿੰਤਾ ਦੂਰ ਹੋਵੇ, ਮੈਨੂੰ ਤੇ ਬਹੁਤ ਚਿੰਤਾ ਹੈ। ਹਾਂਜੀ। ਬਖਸ਼ੋ ਭੂਲ ਲਖੋ ਅਨਕੂਲੀ ਲਾਹੋ ਮੂਲ ਸੁਖ ਧੂਲੀ ਪਾਏ। ਗੱਜ ਕੇ ਆਖੋ ਮੈਂ ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਧੂੜ ਆ। ਵੇਖੋ ਮਾਤਾ ਜੀ ਦੇ ਨਿਮਰਤਾ ਵਾਲੇ ਬਚਨ ਜੀ। ਕੋਈ ਬੀਬੀ ਕਹਿੰਦੀ ਹੋਏਗੀ ਜੀ ਇੰਝ ਜੀ, ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੀ ਧੂੜ ਆ ਸੱਚੇ ਪਾਤਸ਼ਾਹ, ਮੈਂ ਆਗਿਆਕਾਰੀ ਬਣ ਕੇ ਕਾਰਜ ਕਰਾਂਗੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਸ਼ੁਭ ਮੱਤ ਦਿਓ ਮਹਾਰਾਜ। ਹਾਂਜੀ। ਇਮ ਹੋਏ ਦੀਨ ਗੁਰੂ ਜਬ ਬੁਝੇ ਸ਼ੁਭ ਮਤ ਦੇਤ ਪਏ ਤਤਕਾਲ। ਇਮ ਹੋਏ ਦੀਨ ਗੁਰੂ ਜਬ ਬੁਝੇ, ਜਦੋਂ ਮਹਾਰਾਜ ਨੇ ਬੁਝਿਆ, ਸਮਝ ਲਿਆ ਕਿ ਮਾਤਾ ਜੀ ਨਿਮਰਤਾ ਚ ਆ ਗਏ ਹੈ, ਗਲਤੀ ਮੰਨ ਰਹੇ ਨੇ, ਤੇ ਮਹਾਰਾਜ ਹੁਣ ਸ਼ੁਭ ਸਿੱਖਿਆ ਦੇਣ ਲੱਗੇ ਆ। ਇਸ ਸਿੱਖਿਆ ਨੂੰ ਬਹੁਤੇ ਹੀ ਧਿਆਨ ਨਾਲ ਸੁਣਨਾ ਜੀ, ਬਹੁਤੇ ਧਿਆਨ ਨਾਲ ਜੀ। ਹਾਂਜੀ। ਜਾਟ ਸਿੱਖ ਪੁਨ ਇੰਦਰੈ ਜਿਤ ਹੈ ਤੇਹ ਸੇਵੋ ਆਪਣੇ ਕਰ ਨਾਲ। ਮਹਾਰਾਜ ਕਹਿਣ ਲੱਗੇ ਗੰਗਾ ਜੀ, ਬਾਬਾ ਬੁੱਢਾ ਸਾਹਿਬ ਜੀ ਕਿਸਾਨ ਨੇ। ਗੱਜ ਕੇ ਆਖੋ। ਚਲੋ ਆਪਾਂ ਜੱਟ ਕਹਿ ਦਿੰਦੇ ਆ ਜੀ,
ਹਾਂਜੀ, ਤੇ ਸਰੀਰ ਖੁੱਲਾ ਡੁੱਲਾ ਹੁੰਦਾ ਜੀ ਉਹਨਾਂ ਦਾ ਜੀ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜਿੱਥੇ ਜੱਟ ਨੇ, ਮਿਹਨਤ ਕਰਨ ਵਾਲੇ ਨੇ, ਕਿਸਾਨ ਨੇ, ਬੜੀ ਮਿਹਨਤ ਕਰਦੇ ਐ, ਉੱਥੇ ਬਾਬਾ ਬੁੱਢਾ ਸਾਹਿਬ ਇੰਦਰੀ ਜਿੱਤ ਸਿੱਖ ਨੇ। ਇੰਦਰੀ ਜਿੱਤ ਹੋਣਾ ਬੜੀ ਵੱਡੀ ਗੱਲ ਹੈ ਜੀ। ਹੁਣ ਇੱਥੇ ਬਾਬਾ ਬੁੱਢਾ ਜੀ ਦੀ ਜਿੰਨੀ ਵੱਡੀ ਮਰਜ਼ੀ ਮਹਿਮਾ ਕਰੀ ਜਾਓ ਥੋੜੀ ਹੈ। ਗੱਜ ਕੇ ਆਖੋ ਵਾਹਿਗੁਰੂ। ਇੰਦਰੀ ਜਿੱਤ ਦਾ ਸੁਣਿਓ ਜਰਾ ਧਿਆਨ ਨਾਲ। ਮਹਾਰਾਜ ਕਹਿੰਦੇ ਮਿੱਥਿਆ ਨਾਹੀਂ ਰਸਨਾ ਪਰਸ। ਆ ਨਿੱਕਾ ਜਿਹਾ ਜੀਭ ਦਾ ਟੋਟਾ ਜੀ, ਇਹੋ ਹੀ ਨਹੀਂ ਸਾਨੂੰ ਟਿਕਣ ਦਿੰਦਾ। ਮੈਂ ਬਿਲਕੁਲ ਸੱਚ ਗੱਲ ਕਹਿ ਰਿਹਾ ਜੀ, ਆਪਣੇ ਸਮੇਤ ਜੀ। ਨਾ ਚਾਹੁੰਦੇ ਹੋਏ ਵੀ ਬੰਦਾ ਝੂਠ ਬੋਲਦਾ ਜੀ, ਨਾ ਚਾਹੁੰਦੇ ਹੋਏ ਵੀ। ਦੁਨੀਆ 'ਚ ਰਹਿਣਾ ਜੀ, ਫਿਰ ਬਹਾਨਾ ਲਾ ਲੈਂਦਾ ਵੀ ਬੋਲਣਾ ਹੀ ਪੈ ਗਿਆ ਹੈ ਜੀ। ਜੀਭ ਤੋਂ ਝੂਠ ਨਹੀਂ ਬੋਲਣਾ ਜੀ। ਮਿੱਥਿਆ ਨਾਹੀਂ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ 'ਚ ਜੇ ਕਿਸੇ ਦੀ ਪ੍ਰੀਤ ਰੱਖਣੀ ਤੇ ਰੱਬ ਦੇ ਦਰਸ਼ਨਾਂ ਦੀ, ਨਿਸ਼ਾਨਾ ਇੱਕੋ ਰੱਖਣਾ ਜੀ। ਪਰਤਰਿਆ ਰੂਪ ਨਾ ਪੇਖੈ ਨੇਤਰ। ਆਪਣੇ ਨੇਤਰਾਂ ਨਾਲ ਕਿਸੇ ਵੀ ਪਰਾਈ ਇਸਤਰੀ ਦਾ ਰੂਪ ਨਹੀਂ ਤੱਕਣਾ ਜੀ। ਇੰਦਰੀ ਜਿੱਤ, ਜੀਭ ਤੇ ਕੰਟਰੋਲ, ਮਨ ਤੇ ਕੰਟਰੋਲ, ਅੱਖਾਂ ਤੇ ਕੰਟਰੋਲ ਜੀ। ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂ ਦੀ ਸੇਵਾ ਕਰਨੀ, ਸੰਤਾਂ ਨਾਲ ਪਿਆਰ ਕਰਨਾ ਜੀ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨਾਂ ਤੋਂ ਨਿੰਦਿਆ ਨਾ ਸੁਣਦਾ ਹੋਵੇ ਜੀ। ਕੋਈ ਆਖੇ ਜੀ ਮੈਂ ਤੇ ਨਹੀਂ ਸੁਣਨਾ ਚਾਹੁੰਦਾ, ਜ਼ਬਰਦਸਤੀ ਮੈਨੂੰ ਸੁਣਾ ਦਿੰਦੇ ਐ, ਤੇ ਮਹਾਰਾਜ ਕਹਿੰਦੇ ਜਿਹੜਾ ਤੇਰੇ ਲਾਗੇ ਨਿੰਦਿਆ ਕਰੇ ਉਹਨੂੰ ਕਿਹਾ ਕਰ ਭਰਾਵਾ ਮੈਂ ਆਪ ਹੀ ਬੜਾ ਮਾੜਾ, ਮੇਰੇ ਲਾਗੇ ਕੀ ਕਹਿ ਰਿਹਾ। ਸਭ ਤੇ ਜਾਣੈ ਆਪਸ ਕੋ ਨੀਚ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਡ ਮੱਧੇ ਕੋ ਐਸਾ ਅਪਰਸ। ਅੱਖਾਂ ਤੇ, ਮਨ ਤੇ, ਕੰਨਾਂ ਤੇ, ਜੀਭ ਤੇ, ਇੰਦਰੀਆਂ ਤੇ ਜਿਹਨੇ ਕੰਟਰੋਲ ਕਰ ਲਿਆ ਨਾ, ਉਹਨੂੰ ਇੰਦਰੀ ਜਿੱਤ ਕਹਿੰਦੇ ਆ। ਨਿੱਕਾ ਜਿਹਾ ਸਾਡਾ ਜੀਭ ਦਾ ਟੋਟਾ 'ਚ ਸਾਧ ਸੰਗਤ ਜੀ ਆਪਣੇ ਆਪ ਨੂੰ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਸ ਨਿੱਕੇ ਜਿਹੇ ਟੋਟੇ ਤੇ ਹੀ ਬੰਦੇ ਦਾ ਕੰਟਰੋਲ ਨਹੀਂ ਹੈਗਾ ਜੀ, ਹੋਰ ਗੱਲਾਂ ਤੇ ਕੀ ਹੋਏਗਾ ਜੀ। ਜੀਭ ਨਿੱਕਾ ਜਿਹਾ ਮਾਸ ਦਾ ਟੁਕੜਾ ਹੈ ਜੀ। ਝੂਠ ਵੀ ਬੋਲਦੀ ਆ ਤੇ ਖਾਂਦੀ ਵੀ ਬਹੁਤ ਕੁਝ, ਸਵਾਦ ਵੀ ਬੜੇ ਮਾਣਦੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇੰਦਰੀ ਜਿੱਤ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੰਗਾ ਜੀ ਬਾਬਾ ਜੀ ਇੰਦਰੀ ਜਿੱਤ ਸਿੱਖ ਨੇ, ਇੰਦਰੀ ਜਿੱਤ। ਤੇ ਜੇ ਬਾਬਾ ਜੀ ਦੀ ਸੇਵਾ ਕਰਨੀ ਹੈ ਨਾ, ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਆਪਣੇ ਹੱਥਾਂ ਨਾਲ ਕਰੋ। ਕਹਿਣ ਲੱਗੇ ਆਪਣੇ ਹੱਥੀਂ ਸੇਵਾ ਕਰੋ। ਖੀਰ ਪੂੜੀਆਂ ਕੜਾਹ ਤੇ ਲਾਂਗਰੀਆਂ ਨੇ ਬਣਾਇਆ ਹੀ ਸਾਰਾ ਕੁਝ। ਹਾਂਜੀ, ਧਰੋ ਪ੍ਰੇਮ ਆਪਾ ਨਾ ਜਨਾਵੋ। ਜਦੋਂ ਤੁਸੀਂ ਉਹਨਾਂ ਦੇ ਕੋਲ ਜਾਣਾ, ਹਿਰਦੇ 'ਚ ਪ੍ਰੇਮ ਲੈ ਕੇ ਜਾਣਾ, ਤੇ ਇਹ ਗੱਲ ਭੁੱਲ ਜਾਓ ਵੀ ਮੈਂ ਗੁਰੂ ਘਰ 'ਚ ਸਨਮਾਨਯੋਗ ਸਿੱਖਾਂ ਦੀ ਮਾਂ ਆ, ਮਾਤਾ ਆ, ਗੁਰੂ ਕੇ ਮਹਿਲ ਆ। ਇਹ ਗੱਲ ਭੁੱਲ ਜਾਓ ਆਪਣੇ ਮਨ 'ਚੋਂ। ਹਾਂਜੀ, ਕਰਹੋ ਕਾਰ ਉਠ ਭੋਰ ਵਿਸਾਲ। ਹੁਣ ਮਹਾਰਾਜ ਮਰਿਆਦਾ ਦੱਸਣ ਲੱਗੇ ਆ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਹ ਕਾਰਜ ਕਰਨਾ ਹੈ। ਪਹਿਲਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ। ਹਾਂਜੀ, ਪ੍ਰਥਮ ਇਸ਼ਨਾਨੋ ਪੁਨ ਕ੍ਰਿਤ ਠਾਨੋ। ਫਿਰ ਬਿਲਕੁਲ ਸਾਫ਼ ਕੱਪੜੇ ਪਾਉਣੇ ਆ। ਪਹਿਲਾਂ ਸਣ ਕੇ ਸੀ ਇਸ਼ਨਾਨ ਕਰਨਾ ਹੈ, ਫਿਰ ਇਹ ਕੰਮ ਕਰਨਾ। ਕਿਹੜਾ? ਹਾਂਜੀ, ਅੰਨ ਸੁਧਾਰੋ ਸ਼ੁਭ ਤਿਸਕਾਰ। ਗੁਰੂ ਅਰਜਨ ਸਾਹਿਬ ਕਹਿ ਰਹੇ ਗੰਗਾ ਜੀ ਆਪਣੇ ਹੱਥਾਂ ਨਾਲ ਆਟਾ ਛਾਨਣਾ। ਆਟਾ ਛਾਨਣ ਤੋਂ ਪਹਿਲਾਂ ਉਹਨੂੰ ਪੀਣਾ ਹੈ ਜੀ। ਸਾਰੇ ਨੂੰ ਪਹਿਲਾਂ ਚੱਕੀਆਂ ਪੀਣੀਆਂ ਪੈਂਦੀਆਂ ਸਨ। ਆਪ ਆਟਾ ਪੀਸਣਾ, ਫਿਰ ਉਹਨੂੰ ਛਾਨਣਾ ਹੈ। ਹੋਰ ਕਿਸੇ ਨੂੰ ਇਸ ਕੰਮ ਵਿੱਚ ਹੱਥ ਨਹੀਂ ਲਾਉਣ ਦੇਣਾ। ਚੇਤਾ ਰੱਖਿਓ ਧਰਮ ਦੇ ਮਹਿਕਮੇ 'ਚ ਸਰੀਰ ਨੂੰ ਜਿੰਨੀ ਖੇਚਲ ਹੋਵੇ ਓਨਾ ਹੀ ਭਲਾ ਹੁੰਦਾ ਹੈ ਜੀ। ਹਾਂਜੀ, ਅਰਧ ਚਣਕ ਗੋ ਧੂਮ ਮਿਲਾਵੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਅੱਧਾ ਛੋਲਿਆਂ ਦਾ ਤੇ ਅੱਧਾ ਕਣਕ ਦਾ ਆਟਾ, ਇਹਨਾਂ ਨੂੰ ਮਿਲਾਉਣਾ ਹੈ ਜੀ, ਜਿਵੇਂ ਮਿੱਸਾ ਪ੍ਰਸ਼ਾਦਾ ਬਣਾਉਣਾ ਹੋਵੇ ਜੀ। ਹਾਂਜੀ, ਪੀਸੋ ਹੋ ਆਪੇ ਲੇਹੋ ਪਕਾਏ। ਇਹਨੂੰ ਚੰਗੀ ਤਰ੍ਹਾਂ ਪੀਸਣਾ। ਅੱਧਾ ਛੋਲਿਆਂ ਦਾ ਆਟਾ ਹੋਵੇ, ਅੱਧਾ ਕਣਕ ਦਾ ਹੋਵੇ ਜੀ। ਇਹਨੂੰ ਚੰਗੀ ਤਰ੍ਹਾਂ ਚੱਕੀ ਵਿੱਚ ਪੀਸੋ,
ਆਪਣੇ ਹੱਥਾਂ ਨਾਲ ਪੀਸਣਾ ਹੈ ਤੇ ਪੀਸਦਿਆਂ ਪਰਮੇਸ਼ਰ ਦੀ ਬਾਣੀ ਪੜ੍ਹਨੀ, ਸਿਮਰਨ ਕਰਨਾ ਹੈ। ਹਾਂਜੀ। ਮੋਟ ਰੋਟ ਕਾ ਲਵਣ ਅਮੇਜੀ। ਫਿਰ ਨਿੱਕੇ ਨਿੱਕੇ ਪ੍ਰਸ਼ਾਦੇ ਨਹੀਂ ਪਕਾ ਕੇ ਖੜਨੇ, ਗੱਜ ਕੇ ਆਖੋ ਬਾਬਾ ਜੀ ਖੁੱਲਾ ਡੁੱਲਾ ਛਕਣ ਵਾਲੇ ਨੇ। ਫਿਰ ਪੜੋ ਪੰਕਤੀ। ਮੋਟ ਰੋਟ ਕਾ ਲਵਣ ਅਮੇਜੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਮੋਟੇ ਮੋਟੇ ਪ੍ਰਸ਼ਾਦੇ ਲੈ ਕੇ ਜਾਣੇ, ਚੰਗਾ ਭਾਰਾ ਹੱਥ ਰੱਖਣਾ। ਹਾਂਜੀ। ਪੁਰਾਣੀਆਂ ਬਜ਼ੁਰਗ ਬੀਬੀਆਂ ਜਦੋਂ ਪ੍ਰਸ਼ਾਦਾ ਪਕਾਉਂਦੀਆਂ ਚੰਗਾ ਭਾਰਾ ਹੱਥ ਹੁੰਦਾ ਸੀਗਾ ਜੀ। ਤੇ ਹੁਣ ਵਾਲੀਆਂ ਬੀਬੀਆਂ ਜਦੋਂ ਪ੍ਰਸ਼ਾਦਾ ਪਕਾਉਂਦੀਆਂ ਜੀ, ਪ੍ਰਸ਼ਾਦਾ ਨਹੀਂ ਪ੍ਰਸ਼ਾਦੀ ਹੁੰਦੀ ਹੈ ਜੀ ਉਹਦੀ। ਹਾਂਜੀ। ਉਹ 4 ਹੀ ਗਰਾਈਆਂ ਆਉਂਦੀਆਂ ਜੀ, ਬਸ ਉਹਨੇ ਚਿਰ ਨੂੰ ਫਿਰ ਹੱਥ ਅੱਗੇ ਕਰਨੇ ਪੈਂਦੇ ਜੀ। ਤੇ ਜਦੋਂ ਬੰਦਾ 10 ਕੁ ਛਕ ਲੈਂਦਾ ਤੇ ਰੱਜਿਆ ਨਹੀਂ ਹੁੰਦਾ ਤੇ ਸੋਚਦਾ ਵੀ ਮੈਂ ਸ਼ਰਮ ਆਉਂਦਾ ਹੀ ਹੈ, ਕਿੰਨੇ ਕੁ ਪ੍ਰਸ਼ਾਦੇ ਮੰਗਾ। ਹਾਂਜੀ। ਮਹਾਰਾਜ ਕਹਿੰਦੇ ਪ੍ਰਸ਼ਾਦਾ ਹੱਥ ਖੁੱਲਾ ਰੱਖਣਾ ਹੈ। ਮੋਟ ਰੋਟ ਕਾ ਲਵਣ ਅਮੇਜੀ। ਲਵਣ ਅਮੇਜੀ, ਲੂਣ ਵਾਲੇ ਹੋਣ, ਲੂਣ ਵਾਲੇ ਵਿੱਚ ਲੂਣ ਪਾਉਣਾ। ਹਾਂਜੀ। ਤੇਹੇ ਉਪਰ ਬਾਹੋ ਘ੍ਰਿਤ ਕੋ ਪਾਏ। ਤੇ ਵੇਖ ਲਓ ਹੁਣ ਦੇਸੀ ਘਿਓ ਤੋਂ ਡਰਦੇ ਚ ਸਾਡੇ ਬੰਦੇ, ਕਹਿੰਦੇ ਨਾ ਨਾ ਦੇਸੀ ਘਿਓ ਨਹੀਂ ਪਾਓ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ, ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਸਾਹਿਬ ਕਹਿ ਰਹੇ ਆ, ਜਦੋਂ ਤਵੇ ਤੇ ਪਾਉਣਾ ਨਾ ਪ੍ਰਸ਼ਾਦਾ ਤੇ ਖੁੱਲਾ ਦੇਸੀ ਘਿਓ ਲਾਉਣਾ ਉੱਤੇ। ਕਹਿਣ ਲੱਗੇ ਖੁੱਲਾ ਦੇਸੀ ਘਿਓ ਲਾਉਣਾ। ਹਾਂਜੀ। ਦਧ ਮਥੀਐ ਥੋੜਾ ਜਲ ਪਾਵੋ। ਫਿਰ ਦਹੀਂ 'ਚ ਥੋੜਾ ਪਾਣੀ ਪਾਉਣਾ ਹੈ। ਹਾਂਜੀ। ਉਹਨੂੰ ਰਿੜਕਣਾ ਹੈ। ਉਹਦੇ ਨਾਲ ਕੀ ਹੋਏਗਾ ਜੀ? ਸੰਘਣੀ ਲੱਸੀ ਬਣੇਗੀ ਜੀ। ਜੇ ਦਹੀਂ 'ਚ ਪਾਣੀ ਜ਼ਿਆਦਾ ਪਾ ਦਿਓ, ਲੱਸੀ ਜਿਹੜੀ ਹੈ ਪਤਲੀ ਬਣੇਗੀ। ਸੰਘਣੀ ਲੱਸੀ ਬਣਾਉਣੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ। ਹਾਂਜੀ। ਸੰਗਣੀ ਸ਼ਾਸ ਤਨਕ ਤੁਰ ਛਾਏ। ਤੇ ਥੋੜੀ ਖੱਟੀ ਹੋਵੇ, ਮਹਾਰਾਜ ਕਹਿਣ ਲੱਗੇ ਸੰਘਣੀ ਲੱਸੀ ਹੋਵੇ ਤੇ ਥੋੜੀ ਖੱਟੀ ਹੋਵੇ ਜੀ। ਇਹ ਸਾਡੇ ਪਿੰਡਾਂ ਦਾ ਖਾਣਾ ਹੈ। ਅੱਜ ਵੀ ਪਿੰਡਾਂ 'ਚ ਉਹਨਾਂ ਦਾ ਜਿਹੜਾ ਆਪਾਂ ਤਾਂ ਬੈੱਡ ਟੀ ਮੰਗਦੇ ਆ ਨਾ ਜੀ, ਉੱਥੇ ਲੱਸੀ ਚੱਲਦੀ ਹੈ ਜੀ। ਹਾਂਜੀ। ਧੂਪ ਦੇ ਹੋਲੇ ਹੋ ਬਾਸਨ ਪਾਈ। ਜਿਸ ਭਾਂਡੇ ਦੇ ਵਿੱਚ ਲੱਸੀ ਪਾਉਣੀ ਹੈ ਨਾ, ਪਹਿਲਾਂ ਉਸ ਭਾਂਡੇ ਨੂੰ ਧੂਪ ਦੇਣੀ ਹੈ, ਮੁੱਦਾ ਕਰਕੇ ਜੀ ਧੂਪ ਦੇਣੀ ਹੈ, ਤਾਂ ਕਿ ਉਹਦੇ ਚੋਂ ਪਹਿਲਾਂ ਜਿਹੜੇ ਪਦਾਰਥ ਦੀ ਸੁਗੰਧੀ ਉਹ ਚਲੇ ਜਾਵੇ ਜੀ। ਹਾਂਜੀ। 2-3 ਗੰਢੇ ਸਥੂਲ ਮੰਗਾਏ। ਤੇ 2-3 ਗੰਢੇ ਮੋਟੇ ਉਹ ਨਾਲ ਰੱਖਣੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਪਤਾ ਲੱਗ ਗਿਆ ਜੀ ਸਾਰਾ ਕੀ ਕਰਨਾ? ਪਹਿਲਾਂ ਕਣਕ ਤੇ ਛੋਲਿਆਂ ਦਾ ਆਟਾ ਮਿਕਸ ਕਰਨਾ, ਫਿਰ ਉਹਦਾ ਮੋਟਾ ਪ੍ਰਸ਼ਾਦਾ ਬਣਾਉਣਾ, ਲੂਣ ਵਾਲਾ। ਖੁੱਲਾ ਘਿਓ ਪਾਉਣਾ, ਦਹੀਂ ਜ਼ਿਆਦਾ ਤੇ ਪਾਣੀ ਘੱਟ, ਲੱਸੀ ਬਣਾਉਣੀ ਹੈ। ਤੇ ਜਿਸ ਭਾਂਡੇ ਵਿੱਚ ਪਾਉਣੀ ਹੈ ਉਸ ਭਾਂਡੇ ਨੂੰ ਸਾਧ ਸੰਗਤ ਜੀ ਧੂਪ ਦੇਣੀ ਹੈ। ਭਾਂਡਾ ਧੋਏ ਬੈਸ ਧੂਪ ਦੇਵੋ। ਹਾਂਜੀ। ਪਾਇਨ ਨਗਨ ਉਹ ਪਾਇਨ ਅਸਲੇ ਹੋ। ਗੱਜ ਕੇ ਆਖੋ ਗੱਜ ਕੇ। ਮਹਾਰਾਜ ਕਹਿ ਰਹੇ ਗੰਗਾ ਜੀ ਜਦੋਂ ਸਭ ਕੁਝ ਤਿਆਰ ਹੋ ਜੇ ਨਾ, ਸਿਰ ਤੇ ਰੱਖਣੇ ਪ੍ਰਸ਼ਾਦੇ ਤੇ ਨੰਗੇ ਪੈਰ ਜਾਣਾ। ਕਹਿਣ ਲੱਗੇ ਤੁਰ ਕੇ ਜਾਣਾ, ਤੁਰ ਕੇ। ਹਾਂਜੀ। ਨਿਜ ਸਿਰ ਧਰ ਗਮਨੋ ਤਿਸ ਪਾਸ। ਆਪਣੇ ਸਿਰ ਤੇ ਰੱਖ ਕੇ ਪ੍ਰਸ਼ਾਦੇ ਤੇ ਲੱਸੀ ਇੱਕ ਟੋਕਰੀ 'ਚ ਪਾ ਕੇ ਤੇ ਨੰਗੇ ਪੈਰ ਜਾਣਾ। ਨੀਵੇਂ ਹੋ ਕੇ ਜਾਓਗੇ ਤੇ ਗੱਲ ਬਣੇਗੀ। ਹਾਂਜੀ। ਤਜ ਗਿਣਤੀ ਬਿਨਤੀ ਕੋ ਭੰਨੀਐ, ਹੋਏ ਕਿਰਪਾਲ ਤਬ ਸਭ ਗੁਣ ਰਾਸ। ਜਦੋਂ ਸਭ ਗਿਣਤੀਆਂ ਮਿਣਤੀਆਂ ਛੱਡ ਕੇ ਜਾਓਗੇ ਨਾ ਵੀ ਮੈਂ ਗੁਰੂ ਅਰਜਨ ਸਾਹਿਬ ਜੀ ਦੀ ਮਹਿਲ ਹੈ, ਇਹ ਸਾਰੀਆਂ ਸੋਚਾਂ ਛੱਡ ਕੇ ਜਾਓਗੇ, ਤੁਸੀਂ ਪਹੁੰਚਣਾ ਹੀ ਹੈ। ਵੇਖਿਓ ਬਾਬਾ ਬੁੱਢਾ ਸਾਹਿਬ ਨੇ ਪਹਿਲਾਂ ਹੀ ਮੇਰਾ ਕਰ ਦੇਣੀਆਂ ਨੇ, ਬਾਬਾ ਜੀ ਨੇ ਪਹਿਲਾਂ ਹੀ ਬਚਨ ਕਰ ਦੇਣੇ ਆ। ਹਾਂਜੀ। ਦੇਹੇ ਸੋ ਇੱਛਾ, ਦੇਹੇ ਸੋ ਬਰ ਕੋ ਇੱਛਾ ਪੂਰੈ। ਜੋ ਫਿਰ ਤੁਹਾਡਾ ਇੱਛਾ ਹੋਏਗੀ ਨਾ ਉਹ ਵਰ ਬਾਬਾ ਜੀ ਦੇਣਗੇ ਤੁਹਾਨੂੰ। ਹਾਂਜੀ। ਲਖ ਹੋਨੇ ਸੰਸੈ ਲੈ ਹੋ ਸੁਤ ਆਸ। ਜੇ ਇਸ ਤਰ੍ਹਾਂ ਜਾਓਗੇ ਤੇ ਚਿੰਤਾ ਨਾ ਕਰਿਓ, ਪੁੱਤਰ ਦਾ ਬਚਨ ਕਰਨਗੇ ਤੁਹਾਡੇ ਨਾਲ ਜੀ। ਬਖਸ਼ਿਸ਼ਾਂ ਤਾਂ ਪਹਿਲਾਂ ਹੀ ਦੇ ਕੇ ਮਹਾਰਾਜ ਤੋਰ ਰਹੇ ਆ ਜੀ।
ਹਾਂਜੀ ਅਤ ਉੱਤਮ ਹੋਏ ਬਲੀ ਬੇਲੰਦਾ ਹੈ, ਹਾਂਜੀ। ਸੇਵੈ ਹੈ ਜਿਤਕ ਬਨੈ ਸਮਦਾਸ। ਵਾਹ 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 ਵਾਹ। ਮਹਾਰਾਜ ਵੀ ਕਮਾਲ ਹੀ ਕਰਦੇ ਜੀ ਗੁਰੂ ਅਰਜਨ ਸਾਹਿਬ। ਮਹਾਰਾਜ ਕਹਿੰਦੇ ਗੰਗਾ ਜੀ, ਜਿੰਨੇ ਪ੍ਰੇਮ ਨਾਲ ਸੇਵਾ ਕਰੋਗੇ, ਜਿੰਨੇ ਪ੍ਰੇਮ ਨਾਲ ਸੇਵਾ ਕਰੋਗੇ, ਉਹਨਾਂ ਉੱਤਮ ਤੇ ਮਹਾਬਲੀ ਪੁੱਤਰ ਦਾ ਬਚਨ ਦੇਣਗੇ ਬਾਬਾ ਜੀ। ਬਚਨ ਤੇ ਘਰੋਂ ਹੀ ਦੇ ਰਹੇ ਮਹਾਰਾਜ, ਗੱਜ ਕੇ ਆਖੋ। ਬਚਨ ਤੇ ਘਰੋਂ ਹੀ ਦੇ ਰਹੇ ਆ। ਬਸ ਇਹ ਆ ਵੀ ਕਾਰਜ ਮਾਤਾ ਜੀ ਕੋਲੋਂ ਕਰਾਉਣਾ ਜੀ ਸਾਰਾ ਜੀ। ਹਾਂਜੀ। ਸੁਨ ਆਨੰਦ ਕੀਏ ਮਨ ਹੋ ਨੰਦ ਭਾ, ਨੀਠ ਨੀਠ ਨਿਸਕੀਨ ਬਤੀਤ। ਜਦੋਂ ਮਹਾਰਾਜ ਨੇ ਮਾਤਾ ਜੀ ਨੂੰ ਇਹ ਗੱਲ ਦੱਸੀ, ਮਾਤਾ ਜੀ ਨੂੰ ਇੰਨਾ ਸੁਣ ਕੇ ਆਨੰਦ ਆਇਆ। ਮਾਤਾ ਜੀ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਨੂੰ ਪੁੱਤਰ ਮਿਲ ਹੀ ਗਿਆ ਹੋਵੇ ਜੀ। ਇੰਝ ਮਹਿਸੂਸ ਹੋ ਗਿਆ। ਚੇਤਾ ਰੱਖਿਓ, ਜਿੰਨਾ ਚਿਰ ਤੱਕ ਜੁਗਤੀ ਦੱਸਣ ਵਾਲਾ ਬੰਦਾ ਨਾ ਹੋਵੇ, ਗੱਲ ਨਹੀਂ ਤੇ ਬਣਦੀ ਜੀ। ਜੁਗਤੀ ਦੱਸਣ ਵਾਲਾ ਕੋਲ ਨਾ ਹੋਵੇ, ਗੱਲ ਨਹੀਂ ਬਣਦੀ ਜੀ। ਹਰ ਕੰਮ ਦੀ ਜੁਗਤੀ ਹੁੰਦੀ ਹੈ, ਹਰ ਕੰਮ ਦਾ ਤਰੀਕਾ ਹੁੰਦਾ ਹੈ। ਹਾਂਜੀ। ਜਾਗ੍ਰਿਤ ਰਹੀ ਚੌਂਪ ਅਤ ਉਪਜੀ। ਫਿਰ ਕੀ ਸੀ, ਮਾਤਾ ਜੀ ਨੇ ਮਸਾਂ ਮਸਾਂ ਹੀ ਰਾਤ ਬਤੀਤ ਕੀਤੀ ਜੀ। ਮਾਤਾ ਜੀ ਨੂੰ ਸੀ ਵੀ ਛੇਤੀ ਛੇਤੀ ਅੰਮ੍ਰਿਤ ਵੇਲਾ ਹੋਵੇ ਜੀ, ਮੈਂ ਸੇਵਾ ਕਰਾਂ। ਤੇ ਚਾਅ ਵਿੱਚ ਨਾ ਮਾਤਾ ਜੀ ਨੂੰ ਨੀਂਦ ਹੀ ਨਹੀਂ ਆਈ ਜੀ ਸਾਰੀ ਰਾਤ ਜੀ। ਮਾਤਾ ਜੀ ਜਾਗਦੇ ਹੀ ਰਹੇ ਸਾਰੀ ਰਾਤ ਜੀ। ਹਾਂਜੀ। ਅੰਮ੍ਰਿਤ ਵੇਲਾ ਮੱਜਨ ਕੀਤ। ਅੰਮ੍ਰਿਤ ਵੇਲਾ ਹੋਇਆ, ਸਣ ਕੇਸੀ ਮਾਤਾ ਜੀ ਨੇ ਇਸ਼ਨਾਨ ਕੀਤਾ ਜੀ। ਹਾਂਜੀ। ਸੁੰਦਰ ਅੰਨ ਸੁਧਾਰਿਓ ਰੁਚਕਰ। ਤੇ ਸੁੰਦਰ ਅੰਨ ਸੁਧਾਰਿਓ ਰੁਚਕਰ, ਬੜੀ ਰੁਚੀ ਦੇ ਨਾਲ ਫਿਰ ਉਹ ਸਾਰਾ ਕੁਝ ਤਿਆਰ ਕੀਤਾ। ਪੀਸਨ ਲੱਗੀ ਆਪ ਉਠ ਪ੍ਰਾਤ। ਬੜੇ ਪ੍ਰੇਮ ਨਾਲ ਮਾਤਾ ਜੀ ਆਟਾ ਪੀਸਣ ਲੱਗੇ ਤੇ ਬਾਣੀ ਪੜਨ ਲੱਗੇ ਜੀ। ਹਾਂਜੀ। ਦਾਸੀ ਜਾਚ ਰਹੀ ਬਹੁ ਤੇਰੀ। ਦਾਸੀਆਂ ਕਹਿਣ ਲੱਗੀਆਂ, ਮਾਤਾ ਜੀ ਤੁਸੀਂ ਰਹਿਣ ਦਿਓ, ਆਟਾ ਅਸੀਂ ਪੀਸ ਲਵਾਂਗੇ। ਮਾਤਾ ਜੀ ਨਾ ਦਾ ਇਸ਼ਾਰਾ ਕਰਦੇ, ਨਹੀਂ ਕੱਲ ਭੁੱਲ ਹੋ ਗਈ, ਅੱਜ ਨਹੀਂ ਭੁੱਲ ਹੋਣ ਦੇਣੀ, ਅੱਜ ਆਪ ਹੀ ਹੱਥੀਂ ਸੇਵਾ ਕਰਨੀ ਸਾਰੀ। ਤਰਜ ਤਰਜ ਬਰਜੀ ਡਿਡ ਚੀਤ। ਝਿੜਕ ਝਿੜਕ ਕੇ ਨਾ ਜੀ ਮਾਤਾ ਜੀ ਨੇ ਦੂਰ ਕਰ ਦਿੱਤਾ ਸਭ ਦਾਸੀਆਂ ਨੂੰ, ਵੀ ਨਹੀਂ ਨਹੀਂ ਤੁਸੀਂ ਨਹੀਂ ਲਾਗੇ ਆਉਣਾ, ਮੈਂ ਆਪੇ ਆਪਣੇ ਹੱਥੀਂ ਸੇਵਾ ਕਰਾਂਗੀ ਜੀ। ਸੋ ਸਾਧ ਸੰਗਤ ਜੀ, ਇਹ ਸੀ ਅੱਜ ਦੀ ਕਥਾ। ਅੱਗੋਂ ਕੱਲ ਦਾ ਪ੍ਰਸੰਗ ਬਾਬਾ ਬੁੱਢਾ ਜੀ ਜਿਵੇਂ ਬਚਨ ਕਰਦੇ ਉਹ ਕੱਲ ਨੂੰ ਸੁਣਾਂਗੇ ਆਪਾਂ। ਚੇਤਾ ਰੱਖਿਓ, ਜੁਗਤੀ ਹਰ ਕੰਮ ਦੀ ਹੁੰਦੀ ਜੀ, ਹਰ ਕੰਮ ਦੀ ਜੁਗਤੀ ਜੀ। ਬਿਨਾਂ ਜੁਗਤੀ ਤੋਂ ਕੋਈ ਕੰਮ ਨਹੀਂ ਹੈਗਾ ਜੀ। ਸਾਨੂੰ ਤਰੀਕਾ ਆ ਜੇ, ਕੰਮ ਤੇ ਬਣੇ ਹੀ ਹੁੰਦੇ ਆ ਜੀ। ਮਹਾਂਪੁਰਖਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨੀ ਸੌਖੀ ਨਹੀਂ ਹੈਗੀ। ਬੜੀ ਮਨ 'ਚ ਨਿਮਰਤਾ ਹੋਵੇ ਫਿਰ ਗੱਲ ਬਣਦੀ। ਪਤਾ ਕਿਉਂ ਜੀ, ਉਹ ਮਨ ਪੜ੍ਹ ਲੈਂਦੇ ਜੀ ਸਾਰਾ ਜੀ। ਤੇ ਅਸੀਂ ਤੇ ਭੁੱਲਣਾ ਰਹਿ ਗਏ ਆ। ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਹੁੰਦੀਆਂ ਨੇ। ਅਰਦਾਸ ਕਰਿਆ ਕਰੋ, ਮਹਾਰਾਜ ਤੁਹਾਡੀ ਸੇਵਾ ਕਰਦੇ ਬੇਅੰਤ ਭੁੱਲਾਂ ਹੁੰਦੀਆਂ, ਫਿਰ ਵੀ ਸਾਨੂੰ ਬਖਸ਼ ਲਿਓ ਸੱਚੇ ਪਾਤਸ਼ਾਹ। ਆਪ ਜੀ ਸਾਨੂੰ ਬਖਸ਼ ਲਿਓ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ। ਹੁਣ ਮਾਤਾ ਜੀ ਉੱਠ ਪਏ ਆ, ਮਾਤਾ ਜੀ ਤਿਆਰ ਹੋ ਕੇ ਪ੍ਰਸ਼ਾਦਾ ਤਿਆਰ ਕਰਨ ਦੇ ਆ। ਉਹ ਹੁਣ ਆਪਾਂ ਕੱਲ ਨੂੰ ਸਾਰਾ ਪ੍ਰਸੰਗ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਜਪੋ ਵਾਹਿਗੁਰੂ ਜੀ ਦਾ ਨਾਮ। ਬਹੁਤ ਸਾਡੀ ਕਿਸਮਤ ਚੰਗੀ, ਸਾਡੇ ਭਾਗ ਚੰਗੇ, ਮਹਾਰਾਜ ਨੇ ਸਾਨੂੰ ਆਪਣੀ ਹਜ਼ੂਰੀ 'ਚ ਬਿਠਾਇਆ ਤੇ ਕਥਾ ਸੁਣਨ ਦਾ ਮੌਕਾ ਬਖਸ਼ਿਆ ਜੀ। ਸਾਰੇ ਪ੍ਰੇਮ ਨਾਲ ਕਹੋ ਫਿਰ ਦਾਸ ਖਿਮਾ ਮੰਗੇ। ਸਾਰੀਆਂ ਸੰਗਤਾਂ ਐ ਨੇਤਰ ਬੰਦ ਕਰਕੇ ਗੱਜ ਕੇ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਗੱਜ ਕੇ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਬਲ ਬਖਸ਼ਣ ਮਨੋ ਨਾਮ ਜਪਣ ਦਾ ਐਸੀ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਮਾਫੀ ਬਖਸ਼ਿਓ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।